ਅੱਜ ਦੇ ਇਸ ਲੈਕਚਰ ਦੇ ਵਿੱਚ ਅਸੀਂ ਪ੍ਰਸਿੱਧ ਬਰਤਾਨਵੀ ਸਾਹਿਤ ਆਲੋਚਕ ਤੇ ਮਾਰਕਸਵਾਦੀ ਸਿਧਾਂਤਕਾਰ ਟੈਰੀ ਗਿਲਟਨ ਦੇ ਬਾਰੇ ਵਿਚਾਰ ਚਰਚਾ ਕਰਾਂਗੇ। ਵਿਸ਼ੇਸ਼ ਤੌਰ ਤੇ ਉਸ ਦੇ ਸੱਭਿਆਚਾਰ ਚਿੰਤਨ ਦੇ ਬਾਰੇ ਗੱਲ ਕਰਾਂਗੇ। ਅੱਜ ਦਾ ਇਹ ਲੈਕਚਰ ਐਮਏ ਪੱਧਰ ਦੇ ਵਿਦਿਆਰਥੀਆਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ, ਸੋ ਮੇਰੀ ਕੋਸ਼ਿਸ਼ ਹੈ ਕਿ ਇਸ ਦੀ ਭਾਸ਼ਾ ਨੂੰ ਸੌਖਾ ਰੱਖਿਆ ਜਾ ਸਕੇ। ਟੈਰੀ ਗਿਲਟਨ ਸਾਡੇ ਸਮਿਆਂ ਦਾ ਬਹੁਤ ਹੀ ਮਹੱਤਵਪੂਰਨ ਤੇ ਜਾਣਿਆ ਪਛਾਣਿਆ ਨਾਂ ਹੈ। ਟੈਰੀ ਗਿਲਟਨ ਦੀ ਮਹੱਤਤਾ ਕਈ ਗੱਲਾਂ ਕਰਕੇ ਹੈ। ਸਭ ਤੋਂ ਮਹੱਤਵਪੂਰਨ ਇਹ ਹੈ ਕਿ ਟੈਰੀ ਗਿਲਟਨ ਦਾ ਆਲੋਚਨਾ ਦਾ ਖੇਤਰ ਬਹੁਤ ਵਿਸ਼ਾਲ ਹੈ। ਉਹ ਸਮਕਾਲ ਤੇ ਅਤੀਤ ਦੇ ਸਾਰੇ ਮਸਲਿਆਂ ਨਾਲ ਲਗਾਤਾਰ ਸੰਵਾਦ ਕਰ ਰਿਹਾ ਹੈ। ਦੂਸਰੀ ਗੱਲ ਹੈ ਜਿਹੜੀ ਉਹ ਕਿ ਟੈਰੀ ਗਿਲਟਨ ਦੀ ਮਹੱਤਤਾ ਇਸ ਗੱਲ ਦੇ ਵਿੱਚ ਮੰਨੀ ਜਾਂਦੀ ਹੈ ਕਿ ਟੈਰੀ ਗਿਲਟਨ ਨੇ ਸਾਹਿਤਿਕ ਪਾਠਾਂ ਤੇ ਸੱਭਿਆਚਾਰਕ ਵਰਤਾਰਿਆਂ ਦੀ ਮਾਰਕਸਵਾਦੀ ਵਿਆਖਿਆ ਪੇਸ਼ ਕੀਤੀ ਹੈ। ਤੀਜੀ ਗੱਲ ਜਿਹੜੀ ਬਹੁਤ ਮਹੱਤਵਪੂਰਨ ਹੈ ਉਹ ਇਹ ਹੈ ਕਿ ਟੈਰੀ ਗਿਲਟਨ ਨੇ ਸਾਹਿਤ ਸਿਧਾਂਤ ਅਤੇ ਸਮਾਜਵਾਦੀ ਆਲੋਚਨਾ ਦੀ ਲੋੜ ਨੂੰ ਉਭਾਰਿਆ। ਟੈਰੀ ਗਿਲਟਨ ਦੇ ਸਾਰੇ ਕਾਰਜ ਨੂੰ ਦੇਖੀਏ ਤਾਂ ਉਹਦੀ ਵਿਚਾਰਧਾਰਾ ਤੇ ਪਹੁੰਚ ਦ੍ਰਿਸ਼ਟੀ ਦੇ ਵਿੱਚ ਸਾਨੂੰ ਲਗਾਤਾਰ ਇੱਕ ਪਰਿਵਰਤਨ, ਇੱਕ ਵਿਕਾਸ ਨਜ਼ਰ ਆਉਂਦਾ ਹੈ। ਇਹਦੇ ਬਾਰੇ ਆਪਾਂ ਵਿਸਥਾਰ ਨਾਲ ਅੱਗੇ ਚਰਚਾ ਕਰਾਂਗੇ। ਪੰਜਾਬੀ ਅਕਾਦਮਿਕਤਾ ਦੇ ਵਿੱਚ ਉਹਨੂੰ ਬਹੁਤਾ ਕਰਕੇ ਮਾਰਕਸਵਾਦੀ ਆਲੋਚਕ ਵਜੋਂ ਹੀ ਜਾਣਿਆ ਜਾਂਦਾ ਹੈ। ਟੈਰੀ ਗਿਲਟਨ ਦੀ ਜੀਵਨ ਯਾਤਰਾ ਤੇ ਇੱਕ ਝਾਤ ਮਾਰੀਏ ਤਾਂ ਉਹਦਾ ਜਨਮ ਇੰਗਲੈਂਡ ਦੇ ਸ਼ਹਿਰ ਸੈਲਫੋਰਡ ਵਿੱਚ 1943 ਈਸਵੀ ਨੂੰ ਹੋਇਆ। ਇਸ ਵੇਲੇ ਉਹ 78 ਸਾਲਾਂ ਦਾ ਹੈ। ਉਸ ਦਾ ਪਾਲਣ ਪੋਸ਼ਣ ਆਇਰਿਸ਼ ਕੈਥੋਲਿਕ ਈਸਾਈ ਮਜ਼ਦੂਰ ਪਰਿਵਾਰ ਵਿੱਚ ਹੁੰਦਾ ਹੈ। ਉਹਨੇ ਟ੍ਰਿਨਿਟੀ ਕਾਲਜ ਕੈਂਬਰਿਜ ਤੋਂ BA ਕੀਤੀ ਅਤੇ ਜੀਸੀਐਸ ਕਾਲਜ ਕੈਂਬਰਿਜ ਤੋਂ ਪ੍ਰਸਿੱਧ ਮਾਰਕਸਵਾਦੀ ਸਾਹਿਤ ਆਲੋਚਕ ਰੇਮੰਡ ਵਿਲੀਅਮ ਦੀ ਨਿਗਰਾਨੀ ਵਿੱਚ PhD ਦੀ ਡਿਗਰੀ ਹਾਸਲ ਕੀਤੀ। ਇਸ ਤੋਂ ਬਾਅਦ ਉਹ ਆਕਸਫੋਰਡ ਯੂਨੀਵਰਸਿਟੀ, ਲੰਡਨ, ਯੂਨੀਵਰਸਿਟੀ ਆਫ ਮਾਨਚੈਸਟਰ ਵਿੱਚ ਅਧਿਆਪਨ ਤੋਂ ਬਿਨਾਂ ਕਈ ਹੋਰ ਪ੍ਰਸਿੱਧ ਸੰਸਥਾਵਾਂ ਦਾ ਵਿਜ਼ਿਟਿੰਗ ਫੈਲੋ ਵੀ ਰਿਹਾ। ਇਸ ਵੇਲੇ ਉਹ ਲਾਂਕਾਸਟਰ ਯੂਨੀਵਰਸਿਟੀ 'ਚ ਅੰਗਰੇਜ਼ੀ ਸਾਹਿਤ ਦਾ ਪ੍ਰੋਫੈਸਰ ਹੈ। ਟੈਰੀ ਗਿਲਟਨ ਨੇ ਹੁਣ ਤੱਕ ਲਗਭਗ ਉਹਦੀਆਂ 40 ਪੁਸਤਕਾਂ ਆ ਚੁੱਕੀਆਂ ਨੇ ਤੇ ਉਹਦੀਆਂ ਮਹੱਤਵਪੂਰਨ ਪੁਸਤਕਾਂ ਇਸ ਤਰ੍ਹਾਂ ਨੇ: ਮਾਰਕਸਿਜ਼ਮ ਐਂਡ ਲਿਟਰੇਰੀ ਕ੍ਰਿਟਿਸਿਜ਼ਮ, ਲਿਟਰੇਰੀ ਥਿਊਰੀ ਐਂਡ ਇੰਟਰੋਡਕਸ਼ਨ, ਆਈਡੀਓਲੋਜੀ ਐਂਡ ਇੰਟਰੋਡਕਸ਼ਨ, ਦਾ ਇਲੂਜ਼ਨ ਆਫ ਪੋਸਟ ਮਾਡਰਨਿਜ਼ਮ, ਆਈਡੀਆ ਆਫ ਕਲਚਰ, ਹਾਊ ਟੂ ਰੀਡ ਅ ਪੋਇਮ, ਕਲਚਰ, ਹਿਊਮਰ, ਟ੍ਰੈਜੇਡੀ। ਇਹਨਾਂ ਕਿਤਾਬਾਂ ਤੋਂ ਬਿਨਾਂ ਉਹਨੇ ਇੱਕ ਨਾਵਲ ਲਿਖਿਆ ਤੇ ਇੱਕ ਉਹਦੀ ਯਾਦਾਂ ਦੀ ਪੁਸਤਕ ਦਾ ਗੇਟਕੀਪਰ ਵੀ ਪ੍ਰਕਾਸ਼ਿਤ ਹੋ ਚੁੱਕੀ ਹੈ। ਟੈਰੀ ਗਿਲਟਨ ਦੀ ਬੌਧਿਕ ਤੇ ਵਿਚਾਰਧਾਰਕ ਯਾਤਰਾ ਨੂੰ ਸਮਝਣ ਵਾਸਤੇ ਅਸੀਂ ਉਸ ਨੂੰ 4 ਪੜਾਵਾਂ ਦੇ ਵਿੱਚ ਵੰਡ ਸਕਦੇ ਹਾਂ। ਸਭ ਤੋਂ ਪਹਿਲਾਂ ਮਾਰਕਸਵਾਦ ਵੱਲ ਉਸ ਦੀ ਯਾਤਰਾ 1960ਵਿਆਂ ਤੋਂ ਕੈਂਬਰਿਜ ਯੂਨੀਵਰਸਿਟੀ ਤੋਂ ਸ਼ੁਰੂ ਹੁੰਦੀ ਹੈ, ਜਦੋਂ ਉਹ ਆਪਣੇ ਅਧਿਆਪਕ ਰੇਮੰਡ ਵਿਲੀਅਮਸ ਦੇ ਪ੍ਰਭਾਵ ਅਧੀਨ ਨਵ ਆਲੋਚਨਾ ਦੇ ਕੱਟੜਪੰਥੀ ਰੁਝਾਨਾਂ ਦੀ ਆਲੋਚਨਾ ਕਰਦਾ ਹੈ। ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਤੇ ਆਪਾਂ ਅੱਗੇ ਵੀ ਗੱਲ ਕਰਾਂਗੇ ਕਿ ਟੈਰੀ ਗਿਲਟਨ ਦੀ ਵਿਚਾਰਧਾਰਾ 'ਚ ਜਾਂ ਦੀ ਪਹੁੰਚ ਦ੍ਰਿਸ਼ਟੀ 'ਚ ਲਗਾਤਾਰ ਪਰਿਵਰਤਨ ਵਾਪਰਦਾ ਹੈ। ਪਰ ਟੈਰੀ ਦੇ ਮਾਮਲੇ 'ਚ ਇੱਕ ਗੱਲ ਸਪਸ਼ਟ ਹੈ ਕਿ ਟੈਰੀ ਦੀ ਆਲੋਚਨਾ ਦ੍ਰਿਸ਼ਟੀ ਦਾ ਜਿਹੜਾ ਦਾਰਸ਼ਨਿਕ ਆਧਾਰ ਆ ਉਹ ਮਾਰਕਸਵਾਦੀ ਰਹਿੰਦਾ ਹੈ। ਸੋ ਪਹਿਲੇ ਪੜਾਅ ਦੇ ਵਿੱਚ ਉਹ ਮਾਰਕਸਵਾਦ ਵੱਲ ਰੇਮੰਡ ਵਿਲੀਅਮਸ ਦੇ ਅਧੀਨ ਹੁੰਦਾ ਹੈ, ਉਹਦੇ ਪ੍ਰਭਾਵ ਅਧੀਨ ਜਾਂਦਾ ਹੈ। ਤੇ ਦੂਜੇ ਪੜਾਅ ਦੇ ਵਿੱਚ ਕਿ ਸਾਹਿਤਕ ਪਾਠ ਦੇ ਵਿੱਚ ਅਰਥ ਸੰਚਾਰ ਕਿਵੇਂ ਹੁੰਦਾ, ਇਸ ਮਸਲੇ ਤੇ ਉਹ ਜਾਰਜ ਲੁਕਾਚ ਤੇ ਬ੍ਰੈਖਟ ਦੇ ਨਾਲੋਂ ਪੀਅਰ ਮੈਸ਼ੇਰੀ ਦੇ ਵਿਚਾਰਾਂ ਵੱਲ ਜ਼ਿਆਦਾ ਉਹਦਾ ਝੁਕਾਅ ਹੁੰਦਾ ਹੈ। ਇਸੇ ਸਮੇਂ ਉਹ ਅਲਥੂਜ਼ਰ ਦੇ ਪਰ ਉਸਾਰ ਦੇ ਸਾਪੇਖਕ ਰੂਪ ਦੇ ਵਿੱਚ ਖੁਦ ਮੁਖਤਿਆਰ ਹੋਣ ਦੇ ਸਿਧਾਂਤ ਵੱਲ ਵੀ ਜਾਂਦਾ ਹੈ। ਅਸੀਂ ਦੇਖਦੇ ਹਾਂ ਕਿ ਜਿਹੜਾ ਕਲਾਸਿਕ ਮਾਰਕਸਿਜ਼ਮ ਦੇ ਵਿੱਚ ਉਹ ਮਾਓ ਜੇ ਤੁੰਗ ਹੈ, ਸਟਾਲਿਨ ਹੈ ਜਾਂ ਟ੍ਰਾਟਸਕੀ ਹੈ, ਉਹ ਰਾਜਨੀਤਿਕ ਬਦਲਾਅ ਨੂੰ ਆਰਥਿਕਤਾ ਦੇ ਹਵਾਲੇ ਨਾਲ ਦੇਖਦੇ ਨੇ। ਟੈਰੀ ਗਿਲਟਨ ਇਹਨਾਂ ਤੋਂ ਥੋੜੀ ਵਿੱਥ ਬਣਾਉਂਦਾ ਹੈ ਤੇ ਉਹਦਾ ਝੁਕਾਅ ਹੈਗਾ ਉਹ ਹੈਗਾ ਹੈ ਅਲਥੂਜ਼ਰ ਵੱਲ, ਰੇਮੰਡ ਵਿਲੀਅਮ, ਗ੍ਰਾਮਸ਼ੀ, ਅਡੋਰਨੋ। ਉਹਨਾਂ ਦੀ ਪਰਿਪਾਟੀ ਦੇ ਅਨੁਸਾਰ ਉਹ ਆਰਥਿਕਤਾ ਦੇ ਨਾਲੋਂ ਰਾਜਨੀਤਿਕ ਬਦਲਾਅ ਨੂੰ ਪਰਉਸਾਰ ਭਾਵ ਸੱਭਿਆਚਾਰ ਦੇ ਹਵਾਲੇ ਨਾਲ ਦੇਖਦਾ ਹੈ। ਉਹਦਾ ਝੁਕਾਅ ਇੱਧਰ ਜ਼ਿਆਦਾ ਹੈ। ਤੇ ਆਪਣੇ ਤੀਜੇ ਪੜਾਅ ਦੇ ਵਿੱਚ ਟੈਰੀ ਗਿਲਟਨ ਵਾਲਟਰ ਬੈਂਜਾਮਿਨ ਤੋਂ ਪ੍ਰਭਾਵਿਤ ਹੁੰਦਾ ਹੈ। ਇਸੇ ਸਮੇਂ ਉਹ ਗੈਰ ਮਾਰਕਸਵਾਦੀ ਸਿਧਾਂਤਾਂ ਜਿਵੇਂ ਕਿ ਸੰਰਚਨਾਵਾਦ, ਵਿਰਚਨਾਵਾਦ ਅਤੇ ਮਨੋਵਿਸ਼ਲੇਸ਼ਣਵਾਦ ਵੱਲ ਵੀ ਉਹਦਾ ਝੁਕਾਅ ਹੁੰਦਾ ਹੈ। ਤੇ ਚੌਥੇ ਪੜਾਅ ਦੇ ਵਿੱਚ ਉੱਤਰ ਆਧੁਨਿਕਤਾਵਾਦ ਦੇ ਪ੍ਰਸੰਗ ਦੇ ਵਿੱਚ ਉਹ ਅਮਰੀਕੀ ਚਿੰਤਕ ਫਰੈਡਰਿਕ ਜੇਮਸਨ ਦੇ ਵਿਚਾਰਾਂ ਤੋਂ ਪ੍ਰਭਾਵਿਤ ਨਜ਼ਰ ਆਉਂਦਾ ਹੈ। ਤੇ ਹੁਣ ਫੋਕਸ ਕਰਦੇ ਹਾਂ ਟੈਰੀ ਗਿਲਟਨ ਦੇ ਸੱਭਿਆਚਾਰ ਚਿੰਤਨ ਤੇ। ਸੱਭਿਆਚਾਰ ਦੀ ਗੱਲ ਕਰੀਏ ਤਾਂ ਟੈਰੀ ਗਿਲਟਨ ਦੀਆਂ 2 ਪੁਸਤਕਾਂ ਸਾਨੂੰ ਮਿਲਦੀਆਂ ਨੇ। ਇੱਕ ਹੈਗੀ ਆ ਆਈਡੀਆ ਆਫ ਕਲਚਰ ਜਿਹੜੀ 2000 ਦੇ ਵਿੱਚ ਪ੍ਰਕਾਸ਼ਿਤ ਹੁੰਦੀ ਹੈ ਤੇ ਇੱਕ ਕਲਚਰ ਜਿਹੜੀ 2016 ਦੇ ਵਿੱਚ ਪ੍ਰਕਾਸ਼ਿਤ ਹੁੰਦੀ ਹੈ।
ਸੋ ਟੈਰੀ ਗਿਲਟਨ ਦੀ ਵਿਸ਼ਾਲਤਾ ਤੇ ਉਹਦੇ ਲਗਾਤਾਰ ਬਦਲਦੇ ਵਿਚਾਰਾਂ ਦੇ ਮੱਦੇਨਜ਼ਰ ਅਸੀਂ ਅੱਜ ਦੀ ਆਪਣੀ ਵਿਚਾਰ ਚਰਚਾ ਨੂੰ ਉਹਨਾਂ ਦੀ ਇੱਕ ਪੁਸਤਕ ਆਈਡੀਆ ਆਫ ਕਲਚਰ ਜਿਹੜੀ 2000 ਚ ਪ੍ਰਕਾਸ਼ਿਤ ਹੁੰਦੀ ਹੈ ਆਪਣੀ ਵਿਚਾਰ ਚਰਚਾ ਨੂੰ ਉਹਦੇ ਤੱਕ ਸੀਮਿਤ ਰੱਖਿਆ। ਇਸ ਕਿਤਾਬ ਦੇ ਵਿੱਚ ਟੈਰੀ ਗਿਲਟਨ ਨੇ ਸੱਭਿਆਚਾਰ ਦੇ ਸੰਕਲਪ ਨੂੰ ਬਹੁਤ ਹੀ ਗਹਿਰਾਈ ਨਾਲ, ਬਹੁਤ ਹੀ ਵਿਸ਼ਾਲਤਾ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਉਹ ਇਹਦਾ ਸਮਾਜਿਕ, ਇਤਿਹਾਸਿਕ, ਦਾਰਸ਼ਨਿਕ, ਰਾਜਨੀਤਿਕ ਪ੍ਰਸੰਗ ਤੋਂ ਐਨਾਲਿਸਿਸ ਕਰਦੇ ਨੇ। ਇਸ ਕਿਤਾਬ ਦੇ ਵਿੱਚ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਰੇਮੰਡ ਵਿਲੀਅਮਸ ਦੇ ਨਾਲ ਉਹਨਾਂ ਨੇ PhD ਕੀਤੀ ਹੈ ਤੇ ਇਹ ਸੱਭਿਆਚਾਰ ਦੇ ਬਾਰੇ ਜਿਹੜੀ ਕਿਤਾਬ ਉਹਨਾਂ ਨੇ ਲਿਖੀ ਹੈ ਉਹਦੇ ਬਾਰੇ ਸੱਭਿਆਚਾਰ ਨੂੰ ਐਗਜ਼ਾਮਿਨ ਕਰਦੇ ਨੇ। ਉਹਦਾ ਜਿਹੜਾ ਆਧਾਰ ਬਣਦਾ ਇਹੋ ਰੇਮੰਡ ਵਿਲੀਅਮਸ ਦੇ ਸੱਭਿਆਚਾਰ ਦੇ ਆਧੁਨਿਕ ਪ੍ਰਸੰਗ ਦੇ ਵਿੱਚ 3 ਅਰਥ ਬਣਦੇ ਨੇ। ਇਸ ਕਿਤਾਬ ਦਾ ਆਧਾਰ ਉਹ ਅਰਥ ਕਿਹੜੇ ਨੇ ਜਿਹੜੇ ਰੇਮੰਡ ਵਿਲੀਅਮਸ ਦੱਸਦਾ ਹੈ ਕਿ ਸੱਭਿਆਚਾਰ ਸਭ ਤੋਂ ਪਹਿਲਾਂ ਜਿਹਦੀਆਂ ਜੜ੍ਹਾਂ ਪੇਂਡੂ ਕਿਰਤ ਵਿੱਚ ਹੋਣਾ, ਨਿਰੁਕਤੀਮੂਲਕ ਅਰਥ, ਤੇ ਤੀਸਰਾ ਜਦੋਂ ਸੱਭਿਆਚਾਰ ਸ਼ਿਸ਼ਟਾਚਾਰ ਦੇ ਅਰਥਾਂ ਦੇ ਵਿੱਚ 18ਵੀਂ ਸਦੀ ਵਿੱਚ ਸਭਿਅਤਾ ਦਾ ਸਮਾਨਾਰਥੀ ਹੁੰਦਾ। ਤੇ ਰੇਮੰਡ ਵਿਲੀਅਮਸ ਇਸ ਆਧਾਰ ਦੇ ਉੱਤੇ ਹੀ ਆਪਣੀ ਸਾਰੀ ਗੱਲਬਾਤ ਕਰਦਾ। ਤੇ ਹੁਣ ਅਸੀਂ ਦੇਖੀਏ ਕਿ ਸੱਭਿਆਚਾਰ ਨੂੰ ਕਿਵੇਂ ਸਮਝਦਾ ਹੈ ਟੈਰੀ ਗਿਲਟਨ। ਤਾਂ ਇਸ ਪੁਸਤਕ ਦੇ ਹਵਾਲੇ ਨਾਲ ਸਭ ਤੋਂ ਪਹਿਲਾਂ ਉਹ ਸੱਭਿਆਚਾਰ ਦੇ ਬਾਰੇ ਹੁਣ ਤੱਕ ਪੂਰਾ ਸਰਵੇਖਣ ਦੇ ਮੁਲਾਂਕਣ ਕਰਦਾ ਕਿ ਸੱਭਿਆਚਾਰ ਦੇ ਜਿਹੜੇ ਵੱਖ-ਵੱਖ ਥਿੰਕਰ ਨੇ ਉਹ ਸੱਭਿਆਚਾਰ ਦੇ ਬਾਰੇ ਕੀ ਕਹਿੰਦੇ ਨੇ। ਇਹਨੂੰ ਉਹ ਸੱਭਿਆਚਾਰ ਦੇ ਸੰਸਕਰਣ ਮਤਲਬ ਕਿ ਵਰਜਨ ਆਫ ਕਲਚਰ ਟਾਈਟਲ ਦੇ ਹੇਠਾਂ ਡਿਸਕਸ ਕਰਦਾ ਤੇ ਪਰੰਪਰਾ ਤਕਰੀਬਨ 200 ਸਾਲਾਂ ਦਾ ਸਰਵੇਖਣ ਕਰਦਾ ਜਿਹੜਾ ਮੈਥਿਊ ਅਰਨਾਲਡ ਤੋਂ ਲੈ ਕੇ ਜ਼ਿਜ਼ੀਏਕ ਤੱਕ ਫੈਲਿਆ ਹੋਇਆ ਕਿ ਇਹ ਸਾਰੇ ਸੱਭਿਆਚਾਰ ਨੂੰ ਕਿਵੇਂ ਪਰਿਭਾਸ਼ਿਤ ਕਰਦੇ ਨੇ। ਉਹ ਇਹਦੇ ਨਾਲ ਡਾਇਲੌਗ ਕਰਦਾ ਹੈ। ਬਹੁਤ ਹੀ ਰਿਚ ਕਿਸਮ ਦਾ ਸਰਵੇਖਣ ਹੈ। ਤੇ ਉਸ ਤੋਂ ਬਾਅਦ ਸੱਭਿਆਚਾਰ ਨੂੰ ਸਮਝਣ ਦੇ ਲਈ ਟੈਰੀ ਗਿਲਟਨ ਦਾ ਆਰੰਭਕ ਬਿੰਦੂ ਬਣਦਾ ਹੈ ਸੱਭਿਆਚਾਰ ਦਾ ਨਿਰੁਕਤੀਮੂਲਕ ਵਰਤਾਂਤ। ਸੱਭਿਆਚਾਰ ਦੀਆਂ ਰੂਟਸ ਕੀ ਨੇ, ਉਹਦੇ ਨਿਰੁਕਤੀਮੂਲਕ ਅਰਥ ਕੀ ਨੇ, ਉਹਨਾਂ ਨੂੰ ਉਹ ਸਭ ਤੋਂ ਪਹਿਲਾਂ 3 ਅਰਥਾਂ 'ਚ ਸਮੇਟਦਾ ਕਿ ਉਹ 3 ਨੇ ਮੁੱਖ ਤੌਰ ਤੇ। ਨੰਬਰ 1 ਕਿ ਸੱਭਿਆਚਾਰ ਕੁਦਰਤ ਦੀ ਇੱਕ ਵਿਉਂਤਪਤੀ ਹੈ ਜਿਸ ਦਾ ਅਰਥ ਪਾਲਣ ਪੋਸ਼ਣ ਹੈ ਜਾਂ ਕੁਦਰਤ ਦੀ ਵਾਧਾ ਦਰ ਹੈ। ਦੂਸਰੇ ਅਰਥਾਂ ਦੇ ਵਿੱਚ ਉਹ ਸੱਭਿਆਚਾਰ ਨੂੰ ਮਨੁੱਖ ਦੀ ਇੱਕ ਉੱਤਮ ਗਤੀਵਿਧੀ ਕਹਿੰਦਾ। ਤੇ ਤੀਸਰੇ ਅਰਥਾਂ ਵਿੱਚ ਉਹ ਕਹਿੰਦਾ ਕਿ ਜਦੋਂ ਸੱਭਿਆਚਾਰ ਦੇ ਅਰਥ ਬਦਲ ਜਾਂਦੇ ਨੇ ਤੇ ਸੱਭਿਆਚਾਰ ਆਤਮਾ ਜਾਂ ਉਹਦੇ ਨਾਲ ਸੰਬੰਧਿਤ ਮਾਮਲਿਆਂ ਦੇ ਇੱਕ ਮੈਟਾਫਰ ਦੇ ਰੂਪ ਦੇ ਵਿੱਚ ਸਾਹਮਣੇ ਆਉਂਦਾ। ਸੋ ਇਹ 3 ਅਰਥ ਉਹ ਪਾਠਕਾਂ ਦੇ ਸਾਹਮਣੇ ਰੱਖਦਾ। ਤੇ ਹੁਣ ਜਦੋਂ ਸੱਭਿਆਚਾਰ ਦਾ ਨਿਰੁਕਤੀਮੂਲਕ ਪ੍ਰਸੰਗ ਤੋਂ ਅਧਿਐਨ ਕੀਤਾ ਜਾ ਰਿਹਾ ਤਾਂ ਟੈਰੀ ਗਿਲਟਨ ਬਹੁਤ ਹੀ ਖੂਬਸੂਰਤ ਗੱਲ ਸਾਡੇ ਸਾਹਮਣੇ ਪੇਸ਼ ਕਰਦਾ ਹੈ। ਉਹ ਦੱਸਦਾ ਕਿ ਇਹਦੀਆਂ ਜਿਹੜੀਆਂ ਲਾਤੀਨੀ ਰੂਟਸ ਨੇ ਕਿਵੇਂ ਉਹਦੀ ਵਿਚਾਰਧਾਰਕ ਸਿਆਸਤ ਨੂੰ ਫੜਦਾ ਹੋ। ਖਾਸ ਤੌਰ ਤੇ ਉਹ 2 ਸ਼ਬਦ ਲੈਂਦਾ, ਇੱਕ ਤਾਂ ਕੋਲੋਨਸ ਤੇ ਦੂਸਰਾ ਕੋਲੇਰ। ਹੁਣ ਕੋਲੋਨਸ ਨਾਲ ਉਹ ਸਮਕਾਲੀ ਬਸਤੀਵਾਦ ਦਾ ਸੰਬੰਧ ਟਰੇਸ ਕਰਦਾ ਤੇ ਉਹਦੇ ਅਰਥਾਂ ਤੱਕ ਪਹੁੰਚਦਾ ਕਿ ਇਹਦੇ ਅਰਥ ਨੇ ਕਿਸੇ ਚੀਜ਼ ਸਿੱਖਿਅਤ ਕਰਨਾ ਕਿ ਸੱਭਿਆਚਾਰ ਕੁਝ ਐਸੀ ਗਤੀਵਿਧੀ ਜਾਂ ਕੁਝ ਐਸਾ ਜਿਹੜਾ ਸਿੱਖਿਅਤ ਕਰਦਾ ਕਿਸੇ ਨੂੰ। ਤੇ ਦੂਸਰੀਆਂ ਜਿਹੜੀ ਲਾਤੀਨੀ ਮੂਲ ਮੱਦ ਲੈਂਦਾ ਉਹ ਹੈਗੀ ਆ ਕੋਲੇਰ, ਜਿਹਦੇ ਉਹ ਕਲਸ ਰਾਹੀਂ, ਕਲਸ ਮਤਲਬ ਕਿ ਧਾਰਮਿਕ ਫਿਰਕਿਆਂ ਦੇ ਨਾਲ ਉਹਦੇ ਸੰਬੰਧ ਜੋੜਦਾ ਹੈ। ਤੇ ਇਸ ਸੰਦਰਭ ਦੇ ਵਿੱਚ ਸੱਭਿਆਚਾਰ ਦੇ ਅਰਥ ਨੇ ਜਿਹੜੇ ਉਹ ਲਏ ਜਾਂਦੇ ਸੀ ਕਿ ਕੋਈ ਪਾਰਗਾਮੀ ਜਾਂ ਕੋਈ ਦੈਵੀ ਚੀਜ਼। ਤੇ ਹੁਣ ਅਗਲਾ ਜਿਹੜਾ ਉਹਦਾ ਨੁਕਤਾ ਬਹੁਤ ਇੰਪੋਰਟੈਂਟ ਆ ਉਹ ਇਹ ਹੈ ਕਿ ਸੱਭਿਆਚਾਰ ਦੀਆਂ ਜਿਹੜੀਆਂ ਇਹ ਮੂਲ ਲਾਤੀਨੀ ਮਦਾਂ ਨੇ ਇਹਨਾਂ ਦਾ ਜਦੋਂ ਅਸੀਂ ਅਰਥ ਦੇਖਦੇ ਹਾਂ ਤਾਂ ਸੱਭਿਆਚਾਰ ਦੀ ਇੱਕ ਪਾਸੇ ਸਾਡੇ ਕੋਲ ਬਹੁਤ ਹੀ ਸਕਾਰਾਤਮਕ ਜੀ ਪਰਿਭਾਸ਼ਾ ਬਣਦੀ ਹੈ ਤੇ ਇੱਕ ਪਾਸੇ ਬਹੁਤ ਹੀ ਨਕਾਰਾਤਮਕ ਪਰਿਭਾਸ਼ਾ ਬਣਦੀ ਹੈ। ਸਕਾਰਾਤਮਕ ਪਰਿਭਾਸ਼ਾ ਇਹ ਹੈ ਜਦੋਂ ਸੱਭਿਆਚਾਰ ਨੂੰ ਧਾਰਮਿਕ ਫਿਰਕਿਆਂ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਤਾਂ ਐਸਾ ਕੁਝ ਸੱਭਿਆਚਾਰ ਆ ਜਿਹੜੇ ਧਾਰਮਿਕ ਗ੍ਰੰਥਾਂ ਦੇ ਰੂਪ ਦੇ ਵਿੱਚ ਹੋ ਜਾਂ ਧਾਰਮਿਕ ਕਲਾ ਦੇ ਰੂਪ ਦੇ ਵਿੱਚ ਕੁਝ ਐਸੀ ਚੀਜ਼ ਜਿਹਦਾ ਸਤਿਕਾਰ ਕਰਨਾ ਹੈ ਅਸੀਂ ਜਾਂ ਜਿਹਨੂੰ ਬੜਾ ਸੰਭਾਲ ਕੇ ਰੱਖਣਾ, ਇਹ ਸੱਭਿਆਚਾਰ ਦੇ ਬਹੁਤ ਹੀ ਸਕਾਰਾਤਮਕ ਅਰਥ ਨੇ। ਪਰ ਦੂਸਰੇ ਪਾਸੇ ਉਹ ਕਹਿੰਦਾ ਕਿ ਜਦੋਂ ਕੋਲੋਨਸ ਦੇ ਰਾਹੀਂ ਅਸੀਂ ਸਮਕਾਲੀ ਬਸਤੀਵਾਦ ਨਾਲ ਇਹਦੇ ਸੰਬੰਧ ਤਲਾਸ਼ਦੇ ਹਾਂ ਤਾਂ ਇਹਦੇ ਅਧੀਨ ਸੱਭਿਆਚਾਰ ਦਾ ਅਰਥ ਬਣ ਜਾਂਦਾ ਹੈ ਕਿ ਕਿਸੇ ਨੂੰ ਕਬਜ਼ੇ 'ਚ ਰੱਖਣਾ, ਕਿਸੇ ਨੂੰ ਅਧੀਨ ਰੱਖ ਕੇ ਸਿੱਖਿਅਤ ਕਰਨਾ। ਤਾਂ ਹੁਣ ਜਿਹੜੀ ਇੱਥੇ ਇੰਪੋਰਟੈਂਟ ਗੱਲ ਉਹ ਇਹ ਹੈ ਜਿਹੜੀ ਟੈਰੀ ਗਿਲਟਨ ਸਾਡੇ ਸਾਹਮਣੇ ਲੈ ਕੇ ਆਉਂਦਾ ਉਹ ਇਹ ਹੈ ਕਿ ਜਿਹੜੀਆਂ ਕਲਚਰ ਦੇ ਨਿਰੁਕਤੀਮੂਲਕ ਅਰਥਾਂ ਦੇ ਵਿੱਚ ਉਹਦੀਆਂ ਇਹ 2 ਪਰਿਭਾਸ਼ਾਵਾਂ ਪਈਆਂ ਨੇ। ਇੱਕ ਪਾਸੇ ਉਹਦੀ ਹਾਂ-ਵਾਚੀ ਪਰਿਭਾਸ਼ਾ ਤੇ ਇੱਕ ਪਾਸੇ ਉਹਦੀ ਨਾ-ਵਾਚੀ ਪਰਿਭਾਸ਼ਾ। ਉਹ ਕਹਿੰਦਾ ਕਿ ਸਮਕਾਲ ਦੇ ਵਿੱਚ
ਸਾਡੇ ਹੁਣ ਦੇ ਸਮਿਆਂ 'ਚ ਵੀ ਅਸੀਂ ਦੇਖਦੇ ਹਾਂ ਕਿ ਸੱਭਿਆਚਾਰ ਦੀ ਇੱਕ ਬਹੁਤ ਹੀ ਪੋਜ਼ਿਟਿਵ ਪਰਿਭਾਸ਼ਾ ਸਾਡੇ ਸਾਹਮਣੇ ਹੈ ਤੇ ਇੱਕ ਸੱਭਿਆਚਾਰ ਦੀ ਬਹੁਤ ਹੀ ਨੈਗੇਟਿਵ ਪਰਿਭਾਸ਼ਾ ਸਾਡੇ ਸਾਹਮਣੇ ਹੈ। ਟੈਰੀ ਗਿਲਟਨ ਸਾਡੇ ਹੁਣ ਦੇ ਸਮਿਆਂ ਦੀ ਪਰਿਭਾਸ਼ਾ, ਸੱਭਿਆਚਾਰ ਦੀ ਅਜਿਹੀ ਪਰਿਭਾਸ਼ਾ ਦੇ ਪ੍ਰੇਰਕ, ਉਹਦੀਆਂ ਸੱਭਿਆਚਾਰ ਦੀਆਂ ਲਾਤੀਨੀ ਮੂਲ ਮਦਾਂ ਨੂੰ ਮੰਨਦਾ ਕਿ ਉਹਦੇ ਓਰੀਜਨ ਤੋਂ ਹੀ ਉਹਦੇ ਸੱਭਿਆਚਾਰ ਨਾਲ ਇਹੋ ਜਿਹੇ ਅਰਥ ਜੁੜੇ ਨੇ ਜਿਹੜੇ ਕਿ ਹੋਰ ਵਿਕਾਸ ਕਰਕੇ ਹੋਰ ਗੁੰਝਲਦਾਰ ਬਣ ਗਏ ਤੇ ਹੁਣ ਵੀ ਸੱਭਿਆਚਾਰ ਇਸ ਤਰੀਕੇ ਦਾ ਕੋਈ ਪ੍ਰਭਾਵ ਦਿੰਦਾ ਕਿ ਇੱਕ ਉਹਦੇ ਹਾਂ ਵਾਚੀ ਅਰਥ ਨੇ, ਇੱਕ ਉਹ ਨਾ ਵਾਚੀ ਅਰਥ ਨੇ। ਟੈਰੀ ਗਿਲਟਨ ਸੱਭਿਆਚਾਰ ਨੂੰ ਸਮਝਣ ਤੇ ਸਮਝਾਉਣ ਦੇ ਹਵਾਲੇ ਨਾਲ ਸੱਭਿਆਚਾਰ ਸੰਕਲਪ ਦੇ ਆਲੇ ਦੁਆਲੇ ਜਿਹੜੀਆਂ ਬਹੁਤ ਸਾਰੀਆਂ ਮਿੱਥਾਂ ਨੇ ਉਹਨਾਂ ਨੂੰ ਤੋੜਦਾ। ਉਹਦੇ ਵਿੱਚ ਇੱਕ ਮਿੱਥ ਇਹ ਹੈ ਜਿਹੜੀ ਅਕਸਰ ਅਸੀਂ ਦੇਖਦੇ ਹਾਂ ਕਿ ਸੱਭਿਆਚਾਰ ਨੂੰ ਪਰਿਭਾਸ਼ਿਤ ਕਰਦੇ ਸਮੇਂ ਸੱਭਿਆਚਾਰ ਤੇ ਕੁਦਰਤ ਦਾ ਇੱਕ ਵਿਰੋਧੀ ਜੁੱਟ ਬਣਾ ਲਿਆ ਜਾਂਦਾ ਹੈ ਕਿ ਇਹ ਆਪਸ ਦੇ ਵਿੱਚ ਇਹਨਾਂ ਦਾ ਵਿਰੋਧ ਆ ਤੇ ਸੱਭਿਆਚਾਰ ਨੂੰ ਕੁਦਰਤ ਦਾ ਪ੍ਰਤੀਬਦਲ ਮੰਨ ਲਿਆ ਜਾਂਦਾ ਕਿ ਸੱਭਿਆਚਾਰ ਨੇ ਕੁਦਰਤ ਦੀ ਥਾਂ ਲਿੱਤੀ ਹੈ। ਇੱਥੋਂ ਕਿ ਕਾਰਲ ਮਾਰਕਸ ਵੀ ਜਦੋਂ ਸੱਭਿਆਚਾਰ ਨੂੰ ਪਰਿਭਾਸ਼ਿਤ ਕਰ ਰਿਹਾ ਤਾਂ ਉਹ ਵੀ ਕੁਦਰਤ ਉੱਤੇ ਵਾਪਰਦੀ ਮਨੁੱਖੀ ਕਿਰਤ ਦੇ ਹਵਾਲੇ ਨਾਲ ਹੀ ਸੱਭਿਆਚਾਰ ਨੂੰ ਸਮਝ ਰਿਹਾ। ਤਾਂ ਟੈਰੀ ਗਿਲਟਨ ਦੀ ਇੱਥੇ ਬਹੁਤ ਵੱਡੀ ਦੇਣ ਆਪਾਂ ਮੰਨ ਸਕਦੇ ਹਾਂ ਕਿ ਉਹ ਇਸ ਪ੍ਰਚਲਿਤ ਦਵੰਡ ਨੂੰ, ਜਿਹੜੀ ਵਿਰੋਧੀ ਜੁੱਟ 'ਚ ਅਸੀਂ ਕਲਪਨਾ ਕਰਦੇ ਹਾਂ ਸੱਭਿਆਚਾਰ ਤੇ ਕੁਦਰਤ ਦੀ, ਉਹਨੂੰ ਪੂਰੀ ਤਰ੍ਹਾਂ ਖਾਰਜ ਕਰਦਾ। ਉਹ ਕਹਿੰਦਾ ਇਹਨਾਂ ਦਾ ਕੋਈ ਵਿਰੋਧ ਨਹੀਂ ਬਲਕਿ ਇਹਨਾਂ ਦਾ ਸੰਬੰਧ ਦਵੰਦਾਤਮਕ ਸੰਬੰਧਾਂ ਦੇ ਵਿੱਚ ਜੁੜੇ ਹੋਏ ਨੇ। ਤੇ ਟੈਰੀ ਗਿਲਟਨ ਕੁਦਰਤ ਤੇ ਸੱਭਿਆਚਾਰ ਤੇ ਦਵੰਦਾਤਮਕ ਸੰਬੰਧਾਂ ਦੀ ਵਿਆਖਿਆ ਇਸ ਤਰ੍ਹਾਂ ਕਰਦਾ। ਉਹਦੇ ਆਪਣੇ ਸ਼ਬਦਾਂ 'ਚ ਦੇਖਦੇ ਹਾਂ ਕਿ ਉਹ ਕੀ ਕਹਿੰਦਾ ਹੈ। ਟੈਰੀ ਗਿਲਟਨ ਦੇ ਸ਼ਬਦਾਂ 'ਚ ਇਹ ਇੱਕ ਤੱਥ ਹੈ ਕਿ ਅਸੀਂ ਕੁਦਰਤ ਅਤੇ ਸੱਭਿਆਚਾਰ ਦਰਮਿਆਨ ਘਿਰੇ ਰਹਿੰਦੇ ਹਾਂ ਜੋ ਕਿ ਇੱਕ ਚੁਣੌਤੀ ਹੈ। ਇਹ ਇਸ ਤਰ੍ਹਾਂ ਨਹੀਂ ਹੈ ਕਿ ਸੱਭਿਆਚਾਰ ਸਾਡਾ ਕੁਦਰਤੀ ਸੁਭਾਅ ਹੈ, ਸਗੋਂ ਇਹ ਸਾਡੀ ਕੁਦਰਤ ਹੀ ਹੈ ਜਿਸ ਕਾਰਨ ਸਾਡਾ ਜੀਵਨ ਮੁਸ਼ਕਿਲ ਹੁੰਦਾ ਹੈ। ਸੱਭਿਆਚਾਰ ਸਿੱਧੇ ਜਾਂ ਸਰਲ ਢੰਗ ਨਾਲ ਕੁਦਰਤ ਦਾ ਪ੍ਰਤੀਬਦਲ ਨਹੀਂ ਬਣ ਜਾਂਦਾ, ਸਗੋਂ ਇਹ ਇਸ ਢੰਗ ਨਾਲ ਪੂਰਕ ਬਣਦਾ ਹੈ ਕਿ ਇਹ ਦੋਵੇਂ ਹੀ ਲਾਜ਼ਮੀ ਅਤੇ ਮਨੁੱਖ ਲਈ ਵਧੇਰੇ ਸਹਾਇਕ ਹੋ ਜਾਂਦੇ ਹਨ। ਅਸੀਂ ਇੱਕ ਸੱਭਿਆਚਾਰਕ ਜੀਵ ਹੋਂਦ ਵਜੋਂ ਪੈਦਾ ਨਹੀਂ ਹੁੰਦੇ, ਨਾ ਸਵੈ ਸੰਪੰਨ ਕੁਦਰਤੀ ਜੀਵ ਹੁੰਦੇ ਹਾਂ, ਸਗੋਂ ਅਜਿਹੇ ਜੀਵ ਦੇ ਰੂਪ ਵਿੱਚ ਪੈਦਾ ਹੁੰਦੇ ਹਾਂ ਜਿਸ ਦੇ ਜਿਉਂਦੇ ਬਚੇ ਰਹਿਣ ਲਈ ਸੱਭਿਆਚਾਰ ਲਾਜ਼ਮੀ ਹੁੰਦਾ ਹੈ। ਸੱਭਿਆਚਾਰ ਅਜਿਹਾ ਅਨੁਪੂਰਕ ਹੁੰਦਾ ਹੈ ਜੋ ਕੁਦਰਤ ਵਿਚਲੇ ਖੱਪਿਆਂ ਨੂੰ ਪੂਰ ਕਰਦਾ ਹੈ, ਜਿਸ ਨਾਲ ਸਾਡੀਆਂ ਪਦਾਰਥਕ ਲੋੜਾਂ ਕੁਦਰਤ ਅਨੁਸਾਰ ਪੁਨਰ ਰੂਪਾਂਤਰਿਤ ਹੁੰਦੀਆਂ ਹਨ। ਇਸ ਤਰ੍ਹਾਂ ਟੈਰੀ ਗਿਲਟਨ ਦੀ ਇਹ ਉਪਰੋਕਤ ਸਥਾਪਨਾ ਨਾਲ ਸਾਡੀ ਇਹ ਸਮਝ ਬਣਦੀ ਹੈ ਕਿ ਕੁਦਰਤ ਤੇ ਸੱਭਿਆਚਾਰ ਆਪਸ ਦੇ ਵਿੱਚ ਵਿਰੋਧੀ ਨਹੀਂ ਹੈਗੇ, ਸਗੋਂ ਇਹ ਇੱਕ ਦੁਵੱਲੇ ਸੰਬੰਧਾਂ ਦੇ ਵਿੱਚ ਬੱਝੇ ਹੋਏ ਨੇ, ਇੱਕ ਦੂਸਰੇ ਤੇ ਅਸਰ ਪਾਉਂਦੇ ਨੇ। ਕੁਦਰਤ ਨੂੰ ਟੈਰੀ ਕੋਈ ਨਿਸ਼ਕਰਿਆ ਸ਼ੈ ਨਹੀਂ ਮੰਨਦਾ, ਸਗੋਂ ਉਹਨੂੰ ਲੱਗਦਾ ਕਿ ਉਹ ਸੱਭਿਆਚਾਰ 'ਚ ਨਿਹਿਤ ਹੈ ਤੇ ਉਹਦੇ ਤੇ ਮੋੜ ਮਾਸਰ ਪਾਉਂਦੀ ਹੈ। ਇਸੇ ਕੁਦਰਤੀਕਰਨ ਨੂੰ ਵਿਚਾਰਦੇ ਜਿਹੜਾ ਉੱਤਰ ਆਧੁਨਿਕਤਾ ਦਾ ਸੱਭਿਆਚਾਰ ਦੀ ਕੁਦਰਤੀਕਰਨ ਦਾ ਸਿਧਾਂਤ ਹੈ, ਟੈਰੀ ਗਿਲਟਨ ਉਹਨੂੰ ਵੀ ਖਾਰਜ ਕਰਦਾ ਹੈ। ਉਹਨੂੰ ਲੱਗਦਾ ਕਿ ਇਹ ਸੱਭਿਆਚਾਰ ਦਾ ਕਪਟੀ ਕੁਦਰਤੀਕਰਨ ਹੈ, ਇੱਕ ਤਰ੍ਹਾਂ ਦਾ ਫੇਕ ਕੁਦਰਤੀਕਰਨ ਆ, ਤੇ ਜਿਹੜਾ ਸੱਭਿਆਚਾਰ ਨੂੰ ਪੂਰਾ ਸਥਾਈ ਮੰਨਦਾ ਜਾਂ ਉਹਨੂੰ ਜੰਮਿਆ ਹੋਇਆ ਮੰਨਦਾ, ਜਦੋਂ ਕਿ ਸੱਭਿਆਚਾਰ ਇੱਕ ਲਗਾਤਾਰ ਪਰਿਵਰਤਿਤ ਹੁੰਦੀ ਸ਼ੈ ਆ। ਇਸ ਕਰਕੇ ਉਹ ਉੱਤਰ ਆਧੁਨਿਕਤਾਵਾਦ ਦੇ ਕੁਦਰਤੀਕਰਨ ਦੇ ਸਿਧਾਂਤ ਨੂੰ ਵੀ ਪੂਰੀ ਤਰ੍ਹਾਂ ਖਾਰਜ ਕਰਦਾ। ਹੁਣ ਜਦੋਂ ਅਸੀਂ ਸੱਭਿਆਚਾਰ ਦਾ ਅਰਥ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇੱਕ ਹੋਰ ਦਵੰਡ ਹੈ ਜਿਹੜੀ ਉਹ ਹੁੰਦੀ ਹੈ, ਉਹ ਹੈਗੀ ਸੱਭਿਆਚਾਰ ਤੇ ਸੱਭਿਅਤਾ ਦੀ ਦਵੰਡ, ਕਿ ਇਹਨਾਂ ਦਾ ਆਪਸ ਦੇ ਵਿੱਚ ਕੀ ਰਿਸ਼ਤਾ ਹੈ ਤੇ ਕੀ ਵਖਰੇਵਾ ਹੈ। ਟੈਰੀ ਗਿਲਟਨ ਇਹਦੇ ਬਾਰੇ ਵੀ ਗੱਲ ਕਰਦਾ। ਅਸੀਂ ਜਿਵੇਂ ਪਹਿਲਾਂ ਰੇਮੰਡ ਵਿਲੀਅਮ ਦੀਆਂ 3 ਪਰਿਭਾਸ਼ਾਵਾਂ ਦੀ ਗੱਲ ਕੀਤੀ ਜਿਹਦਾ ਆਧਾਰ ਟੈਰੀ ਗਿਲਟਨ ਨੇ ਇਸ ਕਿਤਾਬ ਦੇ ਵਿੱਚ ਹੈਗੀਆਂ ਨੇ, ਉਹਦੇ ਵਿੱਚ ਇੱਕ ਜਿਹੜੀ ਆਖਰੀ ਪਰਿਭਾਸ਼ਾ ਸੀ ਉਹ ਮੈਂ ਦੁਬਾਰਾ ਰਿਪੀਟ ਕਰ ਰਹੀ ਹਾਂ। ਉਹ ਇਹ ਸੀਗਾ ਕਿ ਸੱਭਿਆਚਾਰ ਸ਼ਿਸ਼ਟਾਚਾਰ ਦੇ ਅਰਥਾਂ 'ਚ ਜਦੋਂ 18ਵੀਂ ਸਦੀ 'ਚ ਸੱਭਿਅਤਾ ਦਾ ਸਮਾਨਾਰਥੀ ਸ਼ਬਦ ਬਣ ਜਾਂਦਾ। ਹੁਣ ਸਾਡੀ ਸਮਝ ਇੱਕ ਇੱਥੋਂ ਤੱਕ ਬਣੂਗੀ ਕਿ 18ਵੀਂ ਸਦੀ ਤੱਕ ਸੱਭਿਆਚਾਰ ਤੇ ਸੱਭਿਅਤਾ ਸਮਾਨਾਰਥੀ ਸ਼ਬਦ ਸੀ ਤੇ ਸ਼ਿਸ਼ਟਾਚਾਰ ਦੇ ਅਰਥਾਂ ਦੇ ਵਿੱਚ ਸੀਗੇ। ਟੈਰੀ ਗਿਲਟਨ ਇਸ ਤੋਂ ਅੱਗੇ ਲੈ ਕੇ ਜਾਂਦਾ ਗੱਲ ਨੂੰ। ਉਹ ਕਹਿੰਦਾ 19ਵੀਂ ਸਦੀ ਦੇ ਵਿੱਚ ਜਦੋਂ ਸਾਮਰਾਜਵਾਦ ਦਾ ਦੌਰ ਹੈ, ਜਦੋਂ ਬਸਤੀਆਂ ਬਣ ਰਹੀਆਂ ਨੇ, ਬਸਤੀਵਾਦੀ ਸ਼ਾਸਨ ਗੁਲਾਮ ਪੈਦਾ ਕਰ ਰਿਹਾ, ਗੁਲਾਮਾਂ ਦਾ ਇੱਕ ਸੱਭਿਆਚਾਰ ਪੈਦਾ ਕਰ ਰਿਹਾ, ਟੈਰੀ ਗਿਲਟਨ ਇਹ ਅੰਡਰਲਾਈਨ ਕਰਦਾ ਕਿ 18ਵੀਂ ਸਦੀ 'ਚ ਜਿੱਥੇ ਸੱਭਿਅਤਾ ਤੇ ਸੱਭਿਆਚਾਰ ਸਮਾਨ ਅਰਥੀ ਸੀਗੇ, ਸ਼ਿਸ਼ਟਾਚਾਰ ਦੇ ਅਰਥਾਂ 'ਚ ਵਰਤੇ ਜਾਂਦੇ ਸੀ, ਪਰ 19ਵੀਂ ਸਦੀ ਦੇ ਵਿੱਚ ਸਾਮਰਾਜਵਾਦ ਦੇ ਦੌਰ ਦੇ ਵਿੱਚ ਬਸਤੀਵਾਦੀ ਸ਼ਾਸਨ ਦੇ ਦੌਰਾਨ ਸੱਭਿਆਚਾਰ ਸੱਭਿਅਤਾ ਦਾ ਵਿਰੋਧੀ ਸ਼ਬਦ ਬਣ ਜਾਂਦਾ ਹੈ। ਇੱਥੇ ਕੀ ਹੁੰਦਾ ਕਿ 19ਵੀਂ ਸਦੀ ਦੇ ਦੌਰਾਨ, ਇਵਨ ਕਿ 20ਵੀਂ ਸਦੀ ਅੱਧੀ ਮੰਨ ਸਕਦੇ ਆਪਾਂ, ਉਹਦੇ ਦੌਰਾਨ ਕੀ ਹੁੰਦਾ ਕਿ ਸੱਭਿਅਤਾ ਸਾਮਰਾਜਵਾਦੀ ਸ਼ਾਸਨ ਨਾਲ ਜੁੜ ਜਾਂਦੀ ਹੈ, ਜਿਹੜਾ ਕਿ ਕੋਈ ਸੱਭਿਅਕ ਹੋਣ ਦਾ ਲਖਾਇਕ ਹੈ ਕਿ ਉਹ ਸ਼ਿਸ਼ਟਾਚਾਰ ਹੈ ਉਹਨਾਂ ਕੋਲ। ਪਰ ਸੱਭਿਆਚਾਰ
ਜੁੜਦਾ ਹੈ ਗੁਲਾਮ ਦੇਸ਼ਾਂ ਦੇ ਸੱਭਿਆਚਾਰ ਨਾਲ। ਟੈਰੀ ਗਿਲਟਨ ਇਹ ਗੱਲ ਨੂੰ ਹਾਈਲਾਈਟ ਕਰਦਾ ਹੈ ਕਿ ਕਿਵੇਂ ਇਹ ਮੰਨਿਆ ਗਿਆ ਕਿ ਜਿਹੜੇ ਗੁਲਾਮ ਲੋਕ ਨੇ ਉਹਨਾਂ ਦਾ ਉਹ ਕੋਈ ਸੱਭਿਆਚਾਰ ਹੈਗਾ। ਇਹ ਵੱਖਰੀ ਗੱਲ ਹੈ ਕਿ ਉਹ ਸੱਭਿਅਕ ਨਹੀਂ ਹੈਗੇ, ਪਰ ਉਹ ਕਿਸੇ ਕਲਚਰ ਵਿੱਚ ਰੂਟਡ ਨੇ। ਜੇ ਗੁਲਾਮ ਲੋਕਾਂ ਦੇ ਕਲਚਰ ਦੀ ਗੱਲ ਕਰਨੀ ਹੈ ਤਾਂ ਅਸੀਂ ਇੱਥੇ ਫਰਾਂਸ ਫੈਨੋ ਨੇ ਬਹੁਤ ਖੂਬਸੂਰਤ ਤਰੀਕੇ ਨਾਲ ਦੱਸਿਆ ਕਿ ਕਿਵੇਂ ਗੋਰੇ ਲੋਕਾਂ ਨੇ ਕਾਲੇ ਲੋਕਾਂ ਦੇ ਸੱਭਿਆਚਾਰ ਨੂੰ ਨਕਾਰਿਆ, ਕਿਵੇਂ ਉਹਨਾਂ ਦੀ ਕਲਾ ਨੂੰ ਨਕਾਰਿਆ, ਕਿਵੇਂ ਉਹਨਾਂ ਦੇ ਇਤਿਹਾਸ ਨੂੰ ਨਕਾਰਿਆ ਤੇ ਕਿਵੇਂ ਉਹਨਾਂ ਨੂੰ ਮਾਨਸਿਕ ਰੋਗੀ ਬਣਾਤਾ ਇੱਕ ਤਰ੍ਹਾਂ ਨਾਲ, है ना। चलो वो ਵੱਖਰਾ ਕੰਟੈਕਸਟ ਹੈ, ਪਰ ਅਸੀਂ ਇਹ ਸਮਝ ਸਕਦੇ ਹਾਂ ਕਿ ਇੱਥੇ ਇਹ ਦਵੰਡ ਬਣ ਜਾਂਦੀ ਹੈ ਕਿ ਸਭਿਅਤਾ ਇੱਕ ਅਲੀਟ ਕਲਾਸ ਨਾਲ, ਸ਼ਾਸਨ ਕਰਦੀ ਕਲਾਸ ਨਾਲ, ਉਹ ਬਸਤੀਵਾਦੀ ਕਲਾਸ ਹੈ, ਉਸ ਜਮਾਤ ਨਾਲ ਜੁੜੀ ਹੈ, ਖਾਸ ਤੌਰ ਤੇ ਗੋਰੇ ਲੋਕਾਂ ਨਾਲ ਜੁੜੀ ਹੈ, ਪੱਛਮ ਨਾਲ ਜੁੜੀ ਹੈ, ਯੂਰਪ ਨਾਲ ਜੁੜੀ ਹੈ ਕਿ ਉਹਨਾਂ ਦਾ ਪਹਿਰਾਵਾ, ਉਹਨਾਂ ਦੀਆਂ ਕਦਰਾਂ ਕੀਮਤਾਂ, ਉਹਨਾਂ ਦਾ ਖਾਣ ਪੀਣ, ਉਹਨਾਂ ਦਾ ਰਹਿਣ ਸਹਿਣ ਉਹ ਕੋਈ ਸੱਭਿਅਕ ਹੈ। ਪਰ ਜਿਹੜੇ ਗੁਲਾਮ ਦੇਸ਼ ਨੇ, ਕਾਲੇ ਨੇ, ਭੂਰੇ ਲੋਕ ਨੇ, ਉਹ ਕਿਸੇ ਕਲਚਰ ਤਾਂ ਹੈਗੇ ਨੇ, ਉਹਨਾਂ ਦਾ ਕੋਈ ਸੱਭਿਆਚਾਰ ਤਾਂ ਹੈਗਾ, ਪਰ ਉਹ ਜ਼ਰੂਰੀ ਨਹੀਂ ਕਿ ਉਹ ਸੱਭਿਅਕ ਹੀ ਹੋਣ ਉਹ। ਤੇ ਇਹ ਟੈਰੀ ਗਿਲਟਨ ਇਸ ਗੱਲ ਵੱਲ ਇਸ਼ਾਰਾ ਕਰਦਾ ਤੇ ਉਹ ਕਹਿੰਦਾ ਕਿ ਜਿਹੜੇ ਸੱਭਿਆਚਾਰ ਦੇ ਇਹ ਬਹੁ ਅਰਥੀ ਬਣਦੇ ਨੇ, ਉਹਨੂੰ ਇਹਦੇ ਤੇ ਸਖਤ ਇਤਰਾਜ਼ ਹੈ। ਤੇ ਇਹਦੇ ਵਿੱਚ ਇੱਕ ਹੋਰ ਉਹ ਗੱਲ ਐਡ ਕਰਦਾ ਕਿ ਜਦੋਂ ਸੱਭਿਆਚਾਰ ਦੇ ਐਵੇਂ ਬਹੁ ਅਰਥ ਬਣਦੇ ਨੇ, ਆਪਾਂ ਪਹਿਲਾਂ ਵੀ ਇਸ਼ਾਰਾ ਕੀਤਾ ਕਿ ਉਹਦਾ ਹਾਂ-ਵਾਚੀ ਅਰਥ ਬਣਦਾ ਕਿ ਨਾ-ਵਾਚੀ ਅਰਥ ਬਣਦਾ। ਇਹਦੇ ਵਿੱਚ ਟੈਰੀ ਗਿਲਟਨ ਕਹਿੰਦਾ ਕਿ ਹੁੰਦਾ ਅਸਲੀਅਤ ਵਿੱਚ ਇਹ ਹੈ ਕਿ ਸੱਭਿਆਚਾਰ ਦੀ ਜਿਹੜੀ ਸਕਾਰਾਤਮਕ ਪਰਿਭਾਸ਼ਾ ਉਹ ਕਿਤੇ ਗਵਾਚ ਜਾਂਦੀ ਹੈ ਤੇ ਸੱਭਿਆਚਾਰ ਦੀ ਇੱਕ ਨੈਗੇਟਿਵ ਪਰਿਭਾਸ਼ਾ ਜਿਹੜੀ ਉਹ ਸਾਰਿਆਂ ਦੇ ਸਾਹਮਣੇ ਆ ਜਾਂਦੀ ਹੈ। ਇਸ ਕਰਕੇ ਅਸੀਂ ਕੁਝ ਖਾਸ ਸ਼ਬਦ ਕੋਟ ਕਰਦਾ ਜਿਵੇਂ ਮਾਫੀਆ ਸੱਭਿਆਚਾਰ, ਪੁਲਿਸ ਕੈਂਟੀਨ ਸੱਭਿਆਚਾਰ, ਅੱਜ ਕੱਲ੍ਹ ਆਪਾਂ ਪਾਪੂਲਰ ਸੱਭਿਆਚਾਰ ਵੀ ਕਹਿ ਸਕਦੇ ਹਾਂ ਕਿ ਕੁਝ ਨੀਵੇਂ ਦਰਜੇ ਦੀਆਂ ਚੀਜ਼ਾਂ ਨੂੰ ਜਦੋਂ ਦੱਸਣਾ ਹੋਵੇ ਉਹਨਾਂ ਦਾ ਸਹਜ ਸਵਾਦ, ਤਾਂ ਕੁਝ ਅਸੀਂ ਇਸ ਤਰ੍ਹਾਂ ਦੇ ਵਿਸ਼ੇਸ਼ਣ ਲਾ ਕੇ ਸੱਭਿਆਚਾਰ ਟਰਮ ਹੈ ਜਿਹੜੀ ਉਹ ਵਰਤਦੇ ਹਾਂ। ਤੇ ਅਗਲੇ ਜਿਹੜੇ ਸੱਭਿਆਚਾਰ ਦੇ ਅਰਥ ਨੇ ਉਹ ਟੈਰੀ ਗਿਲਟਨ ਇਹ ਦੱਸਦਾ ਕਿ ਆਧੁਨਿਕ ਸਮਿਆਂ ਦੇ ਵਿੱਚ ਕਿਵੇਂ ਸੱਭਿਆਚਾਰ ਹੌਲੀ-ਹੌਲੀ ਕਲਾ ਦਾ ਵਿਸ਼ੇਸ਼ੀਕ੍ਰਿਤ ਰੂਪ ਬਣ ਗਿਆ। ਜਿਸ ਦੌਰਾਨ ਸੱਭਿਆਚਾਰ ਉਹ ਹੈ ਜਿਹੜਾ ਕਲਾ, ਸਾਹਿਤ, ਚਿੱਤਰਕਲਾ ਦੇ ਵਿੱਚ ਕੁਝ ਅਜਿਹਾ ਜਿਹੜਾ ਸਿਰਜਣਾਤਮਕ ਹੈ ਤੇ ਕਲਪਨਾਸ਼ੀਲ ਹੈ। ਇਹਦੇ ਵਿਰੋਧ ਦੇ ਵਿੱਚ ਰਾਜਨੀਤਿਕ ਸ਼ਾਸਤਰ, ਅਰਥ ਸ਼ਾਸਤਰ, ਵਿਗਿਆਨ, ਸਾਰੀਆਂ ਜਿਹੜੇ ਬਾਕੀ ਬੌਧਿਕ ਗਤੀਵਿਧੀਆਂ ਨੇ ਉਹਨਾਂ ਨੂੰ ਗੈਰ ਸਿਰਜਣਾਤਮਕ ਮੰਨਿਆ ਗਿਆ। ਤੇ ਇਸ ਤਰੀਕੇ ਨਾਲ ਇਹ ਜਿਹੜੀ ਪਰਿਭਾਸ਼ਾ ਬਣਦੀ ਆ ਸਮਿਆਂ ਦੇ ਨਾਲ ਸੱਭਿਆਚਾਰ ਦੀ, ਇਹ ਇੱਕ ਦੇ ਅਰਥ ਬਣਦੇ ਨੇ। ਇਹਦੇ ਨਾਲ ਆਪਾਂ ਕਲਾ ਦੀ ਸਮਾਜਿਕ ਮਹੱਤਤਾ ਤੋਂ ਵੀ ਜਾਣੂ ਹੁੰਦੇ ਆ ਤੇ ਟੈਰੀ ਗਿਲਟਨ ਇਹ ਇਸ਼ਾਰਾ ਕਰਦਾ ਕਿ ਸੱਭਿਆਚਾਰ ਦੇ ਇੱਕ ਅਰਥ ਜਿਹੜੇ ਕਲਾ ਦੀ ਕੋਈ ਵਿਸ਼ੇਸ਼ੀਕ੍ਰਿਤ ਰੂਪ ਦੇ ਵਿੱਚ ਉੱਤਰ ਆਧੁਨਿਕ ਦੌਰ ਤੱਕ ਵੀ ਜਾਰੀ ਰਹਿੰਦੇ। ਇਸ ਤੋਂ ਬਾਅਦ ਟੈਰੀ ਗਿਲਟਨ ਸੱਭਿਆਚਾਰ ਦੇ ਵਰਤਮਾਨ ਰੂਪ ਦੀ ਨਿਸ਼ਾਨਦੇਹੀ ਕਰ ਰਿਹਾ ਹੈ। ਉਹਦੇ ਵੱਲ ਆਉਂਦਾ ਤਾਂ ਉਹ ਕਹਿੰਦਾ ਕਿ ਹੁਣ ਦੇ ਸਮਿਆਂ ਦੇ ਵਿੱਚ ਸੱਭਿਆਚਾਰ ਤੇ ਸਮਾਜਿਕ ਜੀਵਨ ਆਪਣੇ ਆਪ ਦੇ ਵਿੱਚ ਆਪਸ ਦੇ ਵਿੱਚ ਰਲ ਕੱਟ ਹੋ ਗਏ ਨੇ ਉਹਦੇ ਆਪਣੇ ਸ਼ਬਦਾਂ ਵਿੱਚ, ਪਰ ਇਹਨਾਂ ਨੇ ਵਸਤੂ ਦੀ ਸੁਹਜਾਤਮਕਤਾ, ਰਾਜਨੀਤੀ ਦਾ ਦਰਸ਼ਕੀਕਰਨ, ਜੀਵਨ ਸ਼ੈਲੀ ਦਾ ਖਪਤਵਾਦ, ਅਕਸ ਦੀ ਕੇਂਦਰਤਾ ਦਾ ਆਕਾਰ ਧਾਰਨ ਕਰ ਲਿਆ ਹੈ ਅਤੇ ਆਮ ਤੌਰ ਤੇ ਸੱਭਿਆਚਾਰ ਦਾ ਅੰਤਿਮ ਏਕੀਕਰਨ ਵਸਤੂ ਉਤਪਾਦਨ ਵਿੱਚ ਹੋਣ ਲੱਗਿਆ ਹੈ। ਇਸ ਵੇਲੇ ਟੈਰੀ ਗਿਲਟਨ ਦਾ ਇਹ ਮੰਨਣਾ ਹੈ ਕਿ ਸੁਹਜ ਵਿਗਿਆਨ ਨੇ ਸੱਭਿਆਚਾਰ ਦੀਆਂ ਦੋ ਪਰਿਭਾਸ਼ਾਵਾਂ ਬਣਾ ਦਿੱਤੀਆਂ ਨੇ। ਇੱਕ ਪਾਸੇ ਤਾਂ ਉਹ ਕਲਾ ਦਾ ਵਿਸ਼ੇਸ਼ ਰੂਪ ਹੈ ਤੇ ਦੂਸਰੇ ਪਾਸੇ ਇਸ ਤੋਂ ਬਦਲ ਕੇ ਅੱਜ ਕੱਲ ਉਹ ਰੋਜ਼ਾਨਾ ਮਨੁੱਖ ਦੀ ਰੋਜ਼ਾਨਾ ਜੀਵਨ ਜਾਂਚ ਜਾਂ ਰੋਜ਼ਾਨਾ ਦੇ ਜੀਵਨ ਅਨੁਭਵ ਨੂੰ ਸੱਭਿਆਚਾਰ ਮੰਨ ਲਿਆ ਗਿਆ ਤੇ ਜਿਹੜੀ ਇਸ ਤਰ੍ਹਾਂ ਦੀ ਪਰਿਭਾਸ਼ਾ ਉਹ ਫਿਰ ਸੱਭਿਆਚਾਰ ਨੂੰ ਦੇ ਭੌਤਿਕ ਮੂਲ ਵੱਲ ਲੈ ਕੇ ਜਾਂਦੀ, ਜਿੱਥੇ ਸੱਭਿਆਚਾਰ ਦੀਆਂ ਬਹੁਤ ਪਰਿਭਾਸ਼ਾਵਾਂ ਨੇ, ਨੈਗੇਟਿਵ ਤੇ ਪੋਜ਼ਿਟਿਵ ਪਰਿਭਾਸ਼ਾਵਾਂ ਨੇ। ਤੇ ਇਸ ਤਰੀਕੇ ਨਾਲ ਟੈਰੀ ਗਿਲਟਨ ਫੇਰ ਇਸ਼ਾਰਾ ਕਰਦਾ ਹੈ ਕਿ ਉਹ ਕਹਿੰਦਾ ਕਿ ਸਾਡੇ ਸਮੇਂ ਦੇ ਵਿੱਚ ਹੁਣ ਫੇਰ ਸੱਭਿਆਚਾਰ ਦੇ ਦੋ ਅਰਥ ਆਪਸ ਦੇ ਵਿੱਚ ਉਲਝੇ ਹੋਏ ਨੇ। ਇੱਕ ਪਾਸੇ ਬਹੁਤ ਹੀ ਸੰਕੁਚਿਤ ਅਰਥ ਹੈ ਜਦੋਂ ਅਸੀਂ ਸੱਭਿਆਚਾਰ ਨੂੰ ਕਲਾ ਦਾ ਕੋਈ ਵਿਸ਼ੇਸ਼ ਰੂਪ ਮੰਨਦੇ ਹਾਂ। ਦੂਸਰੇ ਪਾਸੇ ਸੱਭਿਆਚਾਰ ਦੇ ਵਿਆਪਕ ਅਰਥ ਨੇ ਜਦੋਂ ਅਸੀਂ ਮਨੁੱਖ ਦੀ ਰੋਜ਼ਾਨਾ ਦੇ ਜੀਵਨ ਜਾਂਚ ਨੂੰ, ਰੋਜ਼ਾਨਾ ਦੇ ਜੀਵਨ ਅਨੁਭਵ ਨੂੰ, ਉਹ ਸਟਾਈਲ ਹੈ, ਫੈਸ਼ਨ ਹੈ, ਇਸ਼ਤਿਹਾਰਬਾਜ਼ੀ ਹੈ, ਸਾਰਾ ਕੁਝ ਹੈ, ਉਹਨੂੰ ਅਸੀਂ ਸੱਭਿਆਚਾਰ ਮੰਨ ਲੈਂਦੇ ਹਾਂ। ਅਜਿਹੀ ਸਿਚੁਏਸ਼ਨ ਨੂੰ ਟੈਰੀ ਗਿਲਟਨ ਸੱਭਿਆਚਾਰ ਸੰਕਟ ਕਹਿੰਦਾ ਕਿ ਇਹ ਸੱਭਿਆਚਾਰ ਸੰਕਟ ਦਾ ਸਮਾਂ ਹੈ ਕਿ ਅਸੀਂ ਇਹਨਾਂ
ਇਹਨਾਂ ਦੋਨਾਂ ਪਰਿਭਾਸ਼ਾਵਾਂ ਦੇ ਵਿੱਚ ਉਲਝੇ ਹੋਏ ਆ। ਤੇ ਟੈਰੀ ਗਿਲਟਨ ਦੀ ਖਾਸੀਅਤ ਇਹ ਹੈ ਕਿ ਉਹ ਇਹਨਾਂ ਦੋਨਾਂ ਪਰਿਭਾਸ਼ਾਵਾਂ ਦੇ ਵਿੱਚ ਨਾਲ ਲਗਾਤਾਰ ਸੰਵਾਦ ਕਰ ਰਿਹਾ ਕਿ ਕੀ ਇਹਨਾਂ ਦੇ ਵਿੱਚ ਕੋਈ ਜੁੜਵਾਂ ਸੰਬੰਧ ਬਣ ਸਕਦਾ, ਕੋਈ ਮਿਲਣ ਬਿੰਦੂ ਬਣ ਸਕਦਾ। ਅਸੀਂ ਦੇਖਦੇ ਹਾਂ ਕਿ ਜਦੋਂ ਜਿਵੇਂ ਹੁਣ ਆਪਾਂ ਪਹਿਲਾਂ ਗੱਲ ਕੀਤੀ ਕਿ ਇੱਕ ਸੱਭਿਆਚਾਰ ਦੀ ਬੜੀ ਸੰਕੁਚਿਤ ਪਰਿਭਾਸ਼ਾ ਹੈ ਤੇ ਇੱਕ ਸੱਭਿਆਚਾਰ ਦੀ ਬਹੁਤ ਵਿਆਪਕ ਪਰਿਭਾਸ਼ਾ। ਜਦੋਂ ਅਸੀਂ ਕਲਾ ਦੇ ਰੂਪ ਦੇ ਵਿੱਚ ਸੱਭਿਆਚਾਰ ਨੂੰ ਦੇਖਦੇ ਹਾਂ ਤਾਂ ਅਸੀਂ ਉਹਨੂੰ ਇੱਕ ਖਾਸ ਨਾਮ ਦੇ ਤੌਰ ਤੇ ਸੱਭਿਆਚਾਰ ਦੀ ਮੱਦ ਨੂੰ ਲੈਂਦੇ ਹਾਂ। ਤੇ ਜਦੋਂ ਅਸੀਂ ਮਨੁੱਖ ਦੇ ਰੋਜ਼ਾਨਾ ਦੇ ਜੀਵਨ ਅਨੁਭਵ ਨੂੰ ਸੱਭਿਆਚਾਰ ਕਹਿੰਦੇ ਹਾਂ ਤਾਂ ਅਸੀਂ ਸੱਭਿਆਚਾਰ ਨੂੰ ਇੱਕ ਆਮ ਨਾਮ ਦੇ ਤੌਰ ਤੇ ਦੇਖਦੇ ਹਾਂ। ਹੁਣ ਅੰਗਰੇਜ਼ੀ ਭਾਸ਼ਾ ਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਅਸੀਂ ਸੱਭਿਆਚਾਰ ਨੂੰ ਖਾਸ ਨਾਮ ਦੇ ਤੌਰ ਤੇ ਦੇਖਦੇ ਹਾਂ, ਲਿਖਦੇ ਹਾਂ ਤਾਂ ਅਸੀਂ ਵੱਡੀ ਸੀ ਨਾਲ ਉਹਨੂੰ ਲਿਖਦੇ ਹਾਂ, ਤੇ ਜਦੋਂ ਸੱਭਿਆਚਾਰ ਨੂੰ ਆਮ ਨਾਮ ਦੇ ਤੌਰ ਤੇ ਲਿਖਦੇ ਹਾਂ ਤਾਂ ਅਸੀਂ ਉਹਨੂੰ ਛੋਟੀ ਸੀ ਦੇ ਨਾਲ ਲਿਖਦੇ ਹਾਂ। ਪੰਜਾਬੀ 'ਚ ਸਾਡੇ ਕੋਲ ਹਲੇ ਐਸਾ ਕੋਈ ਬਦਲ ਨਹੀਂ ਹੈਗਾ ਸਾਡੇ ਕੋਲ ਕਿ ਅਸੀਂ ਇਸ ਤਰ੍ਹਾਂ ਉਹਨੂੰ ਆਮ ਨਾਮ ਤੇ ਖਾਸ ਨਾਮ ਦਾ ਵਖਰੇਵਾਂ ਜਿਹੜਾ ਉਹ ਕਰ ਸਕਦੇ ਹੋਈਏ। ਤੇ ਟੈਰੀ ਗਿਲਟਨ ਇਹ ਇਸ਼ਾਰਾ ਕਰਦਾ ਕਿ ਅੱਜ ਦੇ ਸਮਿਆਂ ਦੇ ਵਿੱਚ ਇਹ ਹੋਇਆ ਕਿ ਸੱਭਿਆਚਾਰ ਦੀ ਜਿਹੜੀ ਆਮ ਨਾਮ ਦੇ ਤੌਰ ਤੇ ਪਰਿਭਾਸ਼ਾ ਹੈ ਉਹ ਅਸੀਂ ਚਾਹੇ ਸੱਭਿਆਚਾਰਕ ਪ੍ਰੋਗਰਾਮ ਕਹਿੰਦੇ ਆ, ਕੈਫੇ ਸੱਭਿਆਚਾਰ ਕਹਿੰਦੇ ਆ, ਜਾਂ ਇਤਿਹਾਸਕ ਵਿਰਾਸਤੀ ਚੀਜ਼ਾਂ ਨੂੰ ਸੱਭਿਆਚਾਰ ਦੇ ਅਧੀਨ ਰੱਖਦੇ ਆ। ਸੋ ਲੋਕਾਂ ਦੀ ਸਮਝ ਦੇ ਵਿੱਚ ਸੱਭਿਆਚਾਰ ਕੀ ਹੈ, ਉਹ ਸੱਭਿਆਚਾਰ ਦੀ ਆਮ ਨਾਮ ਦੇ ਤੌਰ ਤੇ ਪਰਿਭਾਸ਼ਾ ਹੈ ਜਿਹੜੀ ਉਹ ਬਣਦੀ ਜਾ ਰਹੀ ਹੈ। ਟੈਰੀ ਗਿਲਟਨ ਦਾ ਵਿਚਾਰ ਹੈ ਕਿ ਖਾਸ ਨਾਮ ਦੇ ਵਜੋਂ ਸੱਭਿਆਚਾਰ ਇੱਕ ਸੂਖਮ, ਸਰਵ-ਵਿਆਪਕ ਤੇ ਨਿਸ਼ਾਨਾ ਮੁਖੀ ਹੈ, ਜਦੋਂ ਕਿ ਆਮ ਨਾਮ ਦੇ ਤੌਰ ਤੇ ਸੱਭਿਆਚਾਰ ਠੋਸ, ਵਿਸ਼ੇਸ਼ ਤੇ ਨਿਸ਼ਾਨੇ ਤੋਂ ਮੁਕਤ ਹੈ। ਸੱਭਿਆਚਾਰ ਦੇ ਵਿਆਪਕ ਅਰਥਾਂ ਦੇ ਤਹਿਤ ਜਦੋਂ ਮਾਨਵ ਵਿਗਿਆਨ ਜਾਂ ਉੱਤਰ ਆਧੁਨਿਕਵਾਦ ਦੇ ਸਿਧਾਂਤਕਾਰ ਵੀ ਸੱਭਿਆਚਾਰ ਨੂੰ ਬਹੁਤ ਵਿਸ਼ਾਲ ਕਰਕੇ ਮਨੁੱਖ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਸੱਭਿਆਚਾਰ ਮੰਨ ਲੈਂਦੇ ਨੇ, ਤਾਂ ਟੈਰੀ ਗਿਲਟਨ ਦਾ ਇਹ ਸਵਾਲ ਹੈ ਕਿ ਮਨੁੱਖ ਦੀ ਸੰਪੂਰਨ ਜੀਵਨ ਜਾਂਚ ਨੂੰ ਸੱਭਿਆਚਾਰ ਮੰਨਿਆ ਜਾ ਸਕਦਾ। ਸੋ ਟੈਰੀ ਗਿਲਟਨ ਆਪਣੇ ਬੜੇ ਵਿਅੰਗਮਈ ਅੰਦਾਜ਼ ਦੇ ਵਿੱਚ ਕਹਿੰਦਾ ਕਿ ਜੇਕਰ ਅਜਿਹਾ ਹੈ ਤਾਂ ਕਿ ਪਾਈਪਾਂ ਬਣਾਉਣਾ, ਕਾਰਾਂ ਬਣਾਉਣਾ, ਮਕਾਨ ਬਣਾਉਣਾ, ਮੱਛੀ ਦਾ ਬਿਜ਼ਨਸ ਜਾਂ ਸੰਤਰੇ ਦਾ ਬਿਜ਼ਨਸ, ਬਾਗਾਂ ਦਾ ਬਿਜ਼ਨਸ, ਕੀ ਇਹ ਸਭ ਕੁਝ ਆਪਾਂ ਸੱਭਿਆਚਾਰ ਮੰਨਾਂਗੇ? ਟੈਰੀ ਗਿਲਟਨ ਨੂੰ ਇੱਥੇ ਇਤਰਾਜ਼ ਆ ਤੇ ਇਸ ਮਾਮਲੇ ਦੇ ਵਿੱਚ ਉਹ ਸੱਭਿਆਚਾਰ ਦੀ ਚਿੰਨ੍ਹ ਵਿਗਿਆਨਿਕ ਪਰਿਭਾਸ਼ਾ ਨਾਲ ਆਪਣੀ ਸਹਿਮਤੀ ਦਰਜ ਕਰਵਾਉਂਦਾ ਕਿ ਮਨੁੱਖ ਦਾ ਕੇਵਲ ਚਿਹਨਾਤਮਕ ਵਿਹਾਰ ਹੀ ਸੱਭਿਆਚਾਰ ਮੰਨਿਆ ਜਾਊਗਾ। ਬਾਕੀ ਗਤੀਵਿਧੀਆਂ ਨੂੰ ਜੇਕਰ ਅਸੀਂ ਸੱਭਿਆਚਾਰ ਚ ਰਲਾਵਾਂਗੇ ਤਾਂ ਉਹ ਸੱਭਿਆਚਾਰ ਤੇ ਸਮਾਜਿਕਤਾ ਜਾਂ ਸਮਾਜਿਕ ਜੀਵਨ ਆਪਸ ਚ ਰਲਗੜ ਹੋ ਜਾਣਗੇ। ਅਸੀਂ ਦੇਖਦੇ ਹਾਂ ਕਿ ਸੱਭਿਆਚਾਰ ਨੂੰ ਪਰਿਭਾਸ਼ਿਤ ਕਰਨਾ ਬਹੁਤ ਮੁਸ਼ਕਿਲ ਭਰਿਆ ਕੰਮ ਹੈ, ਬਹੁਤ ਅਸਪਸ਼ਟਤਾ ਹੈਗੀ ਹੈ ਸੱਭਿਆਚਾਰ ਮੱਦ ਨੂੰ ਸਮਝਣ ਦੇ ਵਿੱਚ। ਤੇ ਇਹ ਅਸਪਸ਼ਟਤਾ ਇਸ ਕਰਕੇ ਵੀ ਹੈ ਕਿ ਸੱਭਿਆਚਾਰ ਦਾ ਖੇਤਰ ਬਹੁਤ ਵਿਸ਼ਾਲ ਹੈ। ਅਸੀਂ ਇਹਨੂੰ ਜਿਵੇਂ ਪਹਿਲਾਂ ਗੱਲ ਕੀਤੀ ਕਿ ਮਨੁੱਖ ਦੀ ਹਰੇਕ ਗਤੀਵਿਧੀ ਨੂੰ ਸੱਭਿਆਚਾਰ ਮੰਨ ਲਿਆ ਹੈ ਨਾ, ਤਾਂ ਇਸ ਕਰਕੇ ਇਹ ਬਹੁਤ ਹੀ ਗੁੰਝਲਦਾਰ ਟਰਮ ਹੈ। ਇਸ ਕਰਕੇ ਸ਼ਾਇਦ ਇਹਦੇ ਅਰਥਾਂ ਤੱਕ ਪਹੁੰਚਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਤੇ ਤੁਸੀਂ ਰੇਮੰਡ ਵਿਲੀਅਮ ਦੀ ਕਿਤਾਬ ਹੈ ਕੀਵਰਡਸ, ਜਦੋਂ ਆਪਾਂ ਉਹਦੇ ਵਿੱਚ ਕਲਚਰ ਮੱਦ ਦੀ ਐਂਟਰੀ ਪੜ੍ਹਦੇ ਹਾਂ ਤਾਂ ਉਹਦੀਆਂ ਪਹਿਲੀਆਂ ਲਾਈਨਾਂ ਹੀ ਇਸ ਤਰ੍ਹਾਂ ਨੇ। ਰੇਮੰਡ ਵਿਲੀਅਮਸ ਇਹ ਕਹਿੰਦਾ ਕਿ ਅੰਗਰੇਜ਼ੀ ਦੇ 2 ਜਾਂ 3 ਸਭ ਤੋਂ ਜਟਿਲ ਤੇ ਗੁੰਝਲਦਾਰ ਸ਼ਬਦਾਂ ਵਿੱਚੋਂ ਕਲਚਰ ਇੱਕ ਹੈ। ਸੋ ਸੱਭਿਆਚਾਰ ਕਿੰਨਾ ਗੁੰਝਲਦਾਰ ਹੈ, ਇਹਨੂੰ ਟੈਰੀ ਗਿਲਟਨ ਰੇਮੰਡ ਵਿਲੀਅਮ ਦੇ ਹਵਾਲੇ ਨਾਲ ਹੀ ਉਹ ਗੱਲ ਕਰਦਾ ਕਿ ਕਹਿੰਦਾ ਸੱਭਿਆਚਾਰ ਦਾ ਬਹੁਤ ਹੀ ਪ੍ਰਬੁੱਧ ਚਿੰਤਕ ਰੇਮੰਡ ਵਿਲੀਅਮਸ ਵੀ ਸੱਭਿਆਚਾਰ ਨੂੰ ਬਹੁਤ ਤਰੀਕਿਆਂ ਨਾਲ ਪਰਿਭਾਸ਼ਿਤ ਕਰਦਾ ਹੈ। ਤੇ ਇਸ ਤੋਂ ਪਤਾ ਲੱਗਦਾ ਕਿ ਸੱਭਿਆਚਾਰ ਟਰਮ ਕਿੰਨੀ ਗੁੰਝਲਦਾਰ ਹੈ ਕਿ ਉਹਨੂੰ ਵਿਆਖਿਆ ਕਰਨੀ, ਉਹਨੂੰ ਪਰਿਭਾਸ਼ਿਤ ਕਰਨਾ ਬਹੁਤ ਔਖਾ ਕੰਮ ਹੈ। ਤੇ ਇਸ ਤੋਂ ਹੀ ਉਹ ਸੱਭਿਆਚਾਰ ਦੇ ਵਿਆਪਕ ਖੇਤਰ ਵੱਲ ਵੀ ਇਸ਼ਾਰਾ ਕਰਦਾ। ਆਪਾਂ ਰੇਮੰਡ ਵਿਲੀਅਮਸ ਦੀਆਂ ਪਰਿਭਾਸ਼ਾਵਾਂ ਦੇਖਦੇ ਹਾਂ ਜਿਹੜੀਆਂ ਟੈਰੀ ਗਿਲਟਨ ਨੋਟ ਕਰ ਰਿਹਾ। ਉਹ ਪਰਿਭਾਸ਼ਾਵਾਂ ਇਸ ਤਰ੍ਹਾਂ ਨੇ। ਟੈਰੀ ਗਿਲਟਨ ਅਨੁਸਾਰ ਸੱਭਿਆਚਾਰ ਦੇ ਪ੍ਰਸਿੱਧ ਬਰਤਾਨਵੀ ਚਿੰਤਕ ਰੇਮੰਡ ਵਿਲੀਅਮਸ ਸੱਭਿਆਚਾਰ ਨੂੰ ਵਿਭਿੰਨ ਸਮਿਆਂ ਵਿੱਚ ਕਈ ਤਰ੍ਹਾਂ ਪਰਿਭਾਸ਼ਿਤ ਕਰਦਾ ਹੈ, ਜਿਵੇਂ ਪੂਰਨਤਾ ਲਈ ਮਿਆਰ, ਮਨ ਦੀ ਆਦਤ, ਕਲਾਵਾਂ, ਆਮਵਾਦਿਕ ਵਿਕਾਸ, ਸੰਪੂਰਨ ਜੀਵਨ ਜਾਂਚ, ਚਿਹਨਾਤਮਕ ਪ੍ਰਬੰਧ, ਭਾਵਨਾਵਾਂ ਦੀ ਬਣਤਰ, ਜੀਵਨ ਜਾਂਚ ਵਿੱਚ ਅੰਤਰ ਸੰਬੰਧਿਤ ਸਾਰੇ ਤੱਤ ਅਤੇ ਆਰਥਿਕ ਉਤਪਾਦਨ ਦੇ ਪਰਿਵਾਰ ਤੋਂ ਲੈ ਕੇ ਰਾਜਨੀਤਿਕ ਸੰਸਥਾਵਾਂ ਤੱਕ ਸਭ ਕੁਝ ਸੱਭਿਆਚਾਰ ਵਿੱਚ ਸ਼ਾਮਿਲ ਹੈ। ਸੋ ਰੇਮੰਡ ਵਿਲੀਅਮਸ ਇੰਨੇ ਤਰ੍ਹਾਂ ਨਾਲ ਹੈਗਾ ਸੱਭਿਆਚਾਰ ਨੂੰ ਪਰਿਭਾਸ਼ਿਤ ਕਰਨ ਦੀ ਕੋਸ਼ਿਸ਼ ਕਰ ਰਿਹਾ। ਸੋ ਟੈਰੀ ਗਿਲਟਨ ਇਹ ਸਾਨੂੰ ਦੱਸਦਾ ਕਿ ਜੇ ਇੰਨਾ ਵੱਡਾ ਚਿੰਤਕ, ਸੱਭਿਆਚਾਰ ਦਾ ਪ੍ਰਮੁੱਖ ਚਿੰਤਕ ਵੀ ਸੱਭਿਆਚਾਰ ਨੂੰ ਇੰਨੀ ਤਰ੍ਹਾਂ ਨਾਲ ਪਰਿਭਾਸ਼ਿਤ ਕਰ ਰਿਹਾ ਤਾਂ ਮਤਲਬ ਸੱਭਿਆਚਾਰ ਬਹੁਤ ਹੀ ਵਿਆਪਕ ਹੈ ਤੇ ਬਹੁਤ ਹੀ ਗੁੰਝਲਦਾਰ ਹੈ।
ਇਸ ਤਰ੍ਹਾਂ ਅਸੀਂ ਦੇਖਿਆ ਕਿ ਟੈਰੀ ਗਿਲਟਨ ਸੱਭਿਆਚਾਰ ਦਾ ਨਿਰੁਕਤੀਮੂਲਕ ਪੱਖ, ਉਹਦਾ ਸਮਾਜਿਕ ਪੱਖ, ਉਹਦਾ ਇਤਿਹਾਸਿਕ ਪੱਖ, ਉਹਦਾ ਦਾਰਸ਼ਨਿਕ ਪੱਖ, ਇੰਨੇ ਪੱਖਾਂ ਤੋਂ ਸੱਭਿਆਚਾਰ ਦਾ ਅਧਿਐਨ ਕਰਦਾ ਤੇ ਸਾਡੇ ਸਾਹਮਣੇ ਕੁਝ ਸਪਸ਼ਟ ਕਰਨ ਦੀ ਕੋਸ਼ਿਸ਼ ਕਰਦਾ। ਇਹਨਾਂ ਸਾਰਿਆਂ ਦੇ ਵਿੱਚ ਟੈਰੀ ਗਿਲਟਨ ਦੀ ਮਹੱਤਤਾ ਹੈ, ਪਰ ਟੈਰੀ ਗਿਲਟਨ ਨੇ ਇੱਕ ਹੋਰ ਜਿਹੜਾ ਬਹੁਤ ਹੀ ਸੋਹਣਾ ਕੰਮ ਕੀਤਾ ਹੈ ਜਿਸ ਕਰਕੇ ਉਹਦੀ ਮਹੱਤਤਾ ਜ਼ਿਆਦਾ ਬਣਦੀ ਹੈ ਮੈਨੂੰ ਲੱਗਦਾ, ਉਹ ਹੈਗਾ ਕਿ ਟੈਰੀ ਗਿਲਟਨ ਨੇ ਸੱਭਿਆਚਾਰ ਨੂੰ ਰਾਜਨੀਤਿਕ ਪ੍ਰਸੰਗ ਤੋਂ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਸਭ ਤੋਂ ਪਹਿਲਾਂ ਉਹ ਸਾਨੂੰ ਇਹ ਗੱਲ ਦੁਬਾਰਾ ਯਾਦ ਕਰਾਉਂਦਾ ਹੈ ਕਿ ਜਿਹੜਾ ਮਨੁੱਖ ਉਹ ਬਾਹਰੀ ਕਿਰਿਆਵਾਂ ਦੁਆਰਾ ਵੀ ਬਣਾਇਆ ਜਾਂਦਾ ਹੈ, ਜਿਵੇਂ ਕਿ ਆਪਾਂ ਦੇਖਿਆ ਕਿ ਉੱਤਰ ਸੰਰਚਨਾਵਾਦੀ ਵੀ ਇਹ ਸਾਰੀਆਂ ਗੱਲਾਂ ਦੱਸਦੇ ਨੇ ਕਿ ਮਨੁੱਖ ਬਾਹਰੀ ਕਿਰਿਆਵਾਂ ਦੁਆਰਾ ਕਿਵੇਂ ਸਿਰਜਿਆ ਜਾਂਦਾ ਹੈ। ਟੈਰੀ ਗਿਲਟਨ ਇਹ ਕਹਿੰਦਾ ਹੈ ਕਿ ਮਨੁੱਖ ਨੂੰ ਰਾਜਨੀਤਿਕ ਰਾਜ ਵੀ ਬਣਾਉਂਦਾ, ਕੁਝ ਨੈਤਿਕ ਨਿਯਮ ਨੇ ਉਹਦੇ ਹਨਾ ਜਾਂ ਹੋਰ ਕਾਨੂੰਨ ਨੇ ਜਿਹਦੇ ਨਾਲ ਉਹ ਮਨੁੱਖ ਦੀ ਸਿਰਜਣਾ ਕਰਦਾ। ਇਸ ਕਰਕੇ ਰਾਜਨੀਤਿਕ ਰਾਜ ਵੀ ਸੱਭਿਆਚਾਰ ਨੂੰ ਬਣਾਉਣ ਦੇ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਹੈ। ਇੱਕ ਟੈਰੀ ਗਿਲਟਨ ਹੋਰ ਜਿਹੜੀ ਗੱਲ ਸਾਡੇ ਧਿਆਨ ਚ ਲਵਾਉਂਦਾ, ਉਹ ਕਹਿੰਦਾ ਕਿ ਵਰਤਮਾਨ ਸਮੇਂ ਦੇ ਵਿੱਚ ਸੱਭਿਆਚਾਰ ਨੂੰ ਰਾਜਨੀਤਿਕ ਪ੍ਰਸੰਗ ਦੇਣਾ ਬਹੁਤ ਹੀ ਔਖਾ ਕੰਮ ਹੈ। ਉਹ ਕਹਿੰਦਾ ਕਿ ਜਿਹੜੀ ਸਾਡੀ ਹੁਣ ਦੇ ਸਮਿਆਂ ਦੀ ਸੱਭਿਆਚਾਰ ਦੀ ਪਰਿਭਾਸ਼ਾ ਹੈ ਉਹ ਰਾਜਨੀਤੀ ਤੋਂ ਬਿਲਕੁਲ ਹੀ ਟੁੱਟੀ ਹੋਈ ਹੈ। ਇੱਥੇ ਆਪਾਂ ਇੱਕ ਹੋਰ ਗੱਲ ਵੀ ਧਿਆਨ ਚ ਰੱਖ ਸਕਦੇ ਹਾਂ ਕਿ 20ਵੀਂ ਸਦੀ ਦੇ ਅੰਤ ਵਿੱਚ ਆਪਾਂ ਦੇਖੀਏ, ਉਹ ਇੰਟਰਨੈਸ਼ਨਲ ਲੈਵਲ ਤੇ ਦੇਖੀਏ, ਨੈਸ਼ਨਲ ਜਾਂ ਲੋਕਲ ਲੈਵਲ ਤੇ ਦੇਖ ਲਈਏ ਕਿ ਸੱਭਿਆਚਾਰਕ ਅਧਿਐਨਾਂ ਦਾ ਜਿਹੜਾ ਹੈਗਾ ਜ਼ੋਰ ਵੱਧ ਰਿਹਾ ਹੈ। ਸੱਭਿਆਚਾਰ ਅਧਿਐਨਾਂ ਦਾ ਟ੍ਰੈਂਡ ਹੈ ਜਿਹੜਾ ਉਹ ਬਣ ਰਿਹਾ। ਪਹਿਲਾਂ ਆਰਥਿਕਤਾ ਦੇ ਹਵਾਲੇ ਨਾਲ, ਰਾਜਨੀਤਿਕਤਾ ਦੇ ਹਵਾਲੇ ਨਾਲ ਅਕੈਡਮੀ 'ਚ ਗੱਲ ਹੁੰਦੀ ਸੀ, ਪਰ ਹੁਣ ਸਾਡੀ ਅਕਾਦਮਿਕਤਾ ਸੱਭਿਆਚਾਰ ਅਧਿਐਨਾਂ ਵੱਲ ਬਹੁਤ ਰੁਝੀ ਹੋਈ ਹੈ। ਤਾਂ ਜਦੋਂ ਸੱਭਿਆਚਾਰ ਅਧਿਐਨਾਂ ਦੀ ਅਸੀਂ ਗੱਲ ਕਰਦੇ ਹਾਂ ਤਾਂ ਇੱਕ ਬਹੁਤ ਹੀ ਵੱਡਾ ਕ੍ਰਿਟੀਕ ਹੈ ਜਿਹੜਾ ਸੱਭਿਆਚਾਰ ਅਧਿਐਨ ਦਾ, ਉਹ ਇਹ ਕੀਤਾ ਜਾਂਦਾ ਹੈ ਕਿ ਸੱਭਿਆਚਾਰ ਨੂੰ ਕਿਉਂਕਿ ਅਸੀਂ ਆਰਥਿਕਤਾ ਨਾਲੋਂ ਤੋੜ ਲੈਂਦੇ ਹਾਂ ਤੇ ਰਾਜਨੀਤਿਕਤਾ ਦੇ ਵੱਡੇ ਸਵਾਲ ਨਾਲੋਂ ਸੱਭਿਆਚਾਰ ਨੂੰ ਤੋੜ ਲੈਂਦੇ ਹਾਂ। ਇਸ ਕਰਕੇ ਸੱਭਿਆਚਾਰ ਕੁਝ ਐਸਾ ਜਿਹੜਾ ਕੋਈ ਸਟੇਟਸ ਖੋਜ ਜਾਂ ਕੋਈ ਗੁੱਡੀ ਜਾਂ ਸੀ ਉਦਾਂ ਦਾ ਕੁਝ ਖੋਜ ਹੈ ਜਿਹੜਾ ਉਹ ਕੀਤੀ ਜਾਂਦੀ ਹੈ। ਜਿਹੜੇ ਸੱਭਿਆਚਾਰ ਅਧਿਐਨ ਦੇ ਖੋਜੀ ਨੇ ਉਹਨਾਂ ਦੇ ਅੱਗੇ ਇਹ ਸਵਾਲ ਵੀ ਹੈ ਕਿ ਉਹਨਾਂ ਦੀ ਸੱਭਿਆਚਾਰ ਦੀ ਖੋਜ ਕੀ ਆਰਥਿਕਤਾ ਦੇ ਨਾਲੋਂ ਜਾਂ ਰਾਜਨੀਤਿਕਤਾ ਦੇ ਵੱਡੇ ਸਵਾਲ ਨਾਲੋਂ ਟੁੱਟੀ ਹੋਈ ਹੈ। ਪਿੱਛੇ ਜੇ ਰਵੀਸ਼ ਕੁਮਾਰ ਹੋਰਾਂ ਨੇ ਇੱਕ ਪ੍ਰੋਗਰਾਮ ਕੀਤਾ ਸੀ, ਇੱਕ ਐਪੀਸੋਡ ਸੀ ਉਹਨਾਂ ਦਾ ਵਾਤਾਵਰਣ ਦੇ ਸੰਬੰਧ ਦੇ ਵਿੱਚ। ਉਹ ਬਹੁਤ ਸੋਹਣੀ ਗੱਲ ਕਰਦੇ ਨੇ, ਕਹਿੰਦੇ ਪਹਿਲਾਂ ਅਕਸਰ ਹੀ ਉਹ ਕਹਿੰਦੇ ਅਕੈਡਮੀ ਹੈ ਜਿਹੜੀ ਉਹ ਰਾਜਨੀਤੀ ਜਾਂ ਰਾਜਨੀਤਿਕ ਸਵਾਲਾਂ ਤੋਂ ਬਚਣਾ ਚਾਹੁੰਦੀ ਹੈ। ਇਸ ਕਰਕੇ ਉਹ ਕੁਝ ਐਸੇ ਵਿਸ਼ੇ ਲੱਭਦੀ ਹੈ ਕਿ ਉਹ ਜਿਨ੍ਹਾਂ ਲਈ ਕੋਈ ਕਿਸੇ ਤਰ੍ਹਾਂ ਦਾ ਕੋਈ ਸਵਾਲ ਨਾ ਉੱਠੇ, ਕੋਈ ਜਵਾਬਦੇਹੀ ਨਾ ਹੋਵੇ। ਤਾਂ ਉਹ ਕਹਿੰਦੇ ਬੜਾ ਪਪੂਲਰ ਰਿਹਾ ਪਿਛਲੇ 20-25 ਸਾਲਾਂ 'ਚ ਕਿ ਵਾਤਾਵਰਣ ਦਾ ਵਿਸ਼ਾ, ਕਿ ਅਸੀਂ ਵਾਤਾਵਰਣ ਦਿਵਸ ਮਨਾ ਰਹੇ ਹਾਂ, ਉਹਦੇ ਤੇ ਕੋਈ ਸੈਮੀਨਾਰ ਕਰ ਰਹੇ ਹਾਂ। ਤਾਂ ਕਹਿੰਦੇ ਸਕੂਲਾਂ 'ਚ ਵੀ ਬੱਚਿਆਂ ਨੂੰ ਗਮਲੇ ਫੜਾ ਦਿੰਦੇ ਸੀ, ਹਾਂ ਬੂਟੇ ਲਾ ਰਹੇ ਨੇ ਇਹ ਉਹ ਹਨਾ। ਤੇ ਉਹ ਸਾਰੀ ਗੱਲ ਕਹਿੰਦੇ ਬੜਾ ਲੱਗਦਾ ਸੀ ਵੀ ਰਾਜਨੀਤਿਕ ਸਵਾਲਾਂ ਤੋਂ ਬਚਣ ਦਾ ਇੱਕ ਤਰੀਕਾ ਇਹ ਹੈ। ਪਰ ਉਹ ਉਸ ਐਪੀਸੋਡ ਦੇ ਵਿੱਚ ਰਵੀਸ਼ ਕੁਮਾਰ ਇਹ ਯਾਦ ਕਰਾਉਂਦਾ ਕਿ ਹੁਣ ਵਾਤਾਵਰਨ ਇਸ ਕਗਾਰ ਤੇ ਪਹੁੰਚ ਗਿਆ ਕਿ ਇਹਨੂੰ ਰਾਜਨੀਤਿਕ ਸਵਾਲ ਤੋਂ ਤੋੜ ਕੇ ਅਸੀਂ ਇਹਦੇ ਬਾਰੇ ਡਿਸਕਸ਼ਨ ਨਹੀਂ ਕਰ ਸਕਦੇ, ਇਹਦੇ ਬਾਰੇ ਗੱਲ ਨਹੀਂ ਕਰ ਸਕਦੇ। ਇਸ ਕਰਕੇ ਸੱਭਿਆਚਾਰ ਜਾਂ ਸੱਭਿਆਚਾਰ ਅਧਿਐਨ ਜਿਹੜੇ ਹੁਣ ਤੱਕ ਹੋ ਰਹੇ ਨੇ ਜਾਂ ਹੁਣ ਚੱਲ ਰਹੇ ਨੇ ਜਾਂ ਆਉਣ ਵਾਲੇ ਸਮਿਆਂ 'ਚ ਵੀ ਚੱਲਣਗੇ, ਕੀ ਅਸੀਂ ਉਹਨਾਂ ਦਾ ਕੋਈ ਵੱਖਰਾ ਐਸਾ ਡੱਬਾ, ਐਸਾ ਏਰੀਆ ਬਣਾ ਸਕਦੇ ਹਾਂ ਜਿਹੜਾ ਰਾਜਨੀਤੀ ਦੇ ਵੱਡੇ ਸਵਾਲ ਤੋਂ ਅਲੱਗ ਹੋ ਜਾਵੇ? ਇਹ ਮੁਸ਼ਕਿਲ ਹੈ ਨਾ। ਟੈਰੀ ਗਿਲਟਨ ਕਹਿੰਦਾ ਕਿ ਇਹ ਇਸੇ ਕਰਕੇ ਮੁਸ਼ਕਿਲ ਹੈ ਕਿ ਸੱਭਿਆਚਾਰ ਨੂੰ ਰਾਜਨੀਤਿਕ ਪ੍ਰਸੰਗ ਦੇਣਾ ਔਖਾ ਹੈ ਕਿਉਂਕਿ ਉਹ ਹੁਣ ਬਿਲਕੁਲ ਹੀ ਟੁੱਟ ਗਿਆ। ਸੋ ਸਮਕਾਲ ਦੇ ਵਿੱਚ ਸੱਭਿਆਚਾਰ ਤੇ ਰਾਜਨੀਤਿਕ ਪਰਿਪੇਖ ਨੂੰ ਵਿਚਾਰਦੇ ਹਾਂ। ਟੈਰੀ ਗਿਲਟਨ ਸੱਭਿਆਚਾਰਕ ਜੰਗਾਂ ਦੇ ਸਿਰਲੇਖ ਦੇ ਇਸ ਗੱਲ ਨੂੰ ਰੱਖਦਾ ਹੈ ਤੇ ਉਹਦੇ ਆਪਣੇ ਸ਼ਬਦ ਕੁਝ ਇਸ ਤਰ੍ਹਾਂ ਨੇ। ਉਹ ਕਹਿੰਦਾ ਵਿਆਪਕ ਸੱਭਿਆਚਾਰ ਅਤੇ ਸੰਕੁਚਿਤ ਸੱਭਿਆਚਾਰ ਵਿਚਲੀ ਲੜਾਈ ਹੁਣ ਕੇਵਲ ਪਰਿਭਾਸ਼ਾ ਦੀ ਲੜਾਈ ਨਹੀਂ, ਸਗੋਂ ਇਹ ਇੱਕ ਵਿਸ਼ਵ ਵਿਆਪੀ ਸੰਘਰਸ਼ ਹੈ। ਇਹ ਮਸਲਾ ਮਹਿਜ ਅਕਾਦਮਿਕਤਾ ਦਾ ਨਹੀਂ, ਸਗੋਂ ਅਸਲ ਵਿੱਚ ਰਾਜਨੀਤੀ ਦਾ ਮੁੱਦਾ ਹੈ। ਸੱਭਿਆਚਾਰਕ ਜੰਗਾਂ ਅਸਲ ਵਿੱਚ ਮਸਲਾ ਨਸਲ ਕੁਸ਼ੀ ਦਾ ਹੁੰਦਾ ਹੈ। ਇਸ ਤਰੀਕੇ ਨਾਲ ਉਹ ਬਹੁਤ ਸਾਰੀਆਂ ਉਦਾਹਰਨਾਂ ਦਿੰਦਾ ਹੈ ਜਦੋਂ ਇਹ ਦੋਨੋਂ ਜਿਹੜੇ ਸੰਕਲਪ ਨੇ, ਇਹ ਦੋਨੋਂ ਸ਼ਬਦ ਸੰਕਲਪਕ ਪੱਧਰ ਤੇ ਵਾਪਰਦਾ ਤੇ ਕਿਵੇਂ ਇੱਕ ਖਾਸ ਸੱਭਿਆਚਾਰ ਨੂੰ ਬਹੁਤ ਹੀ ਅਨਾਰਕਿਕ ਸਾਬਿਤ ਕੀਤਾ ਜਾਂਦਾ ਤੇ ਇੱਕ ਖਾਸ ਸੱਭਿਆਚਾਰ ਨੂੰ, ਪੱਛਮ ਦੇ ਸੱਭਿਆਚਾਰ ਨੂੰ, ਉਹਦੇ ਕਦਰਾਂ ਕੀਮਤਾਂ ਨੂੰ ਬਹੁਤ ਹੀ ਆਦਰਸ਼ ਦੇ ਰੂਪ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ। ਇਹ ਸਭ ਕੁਝ ਨੂੰ ਇੱਕ ਸੱਭਿਆਚਾਰ ਜਾਣ ਕਹਿੰਦਾ। ਅਗਲਾ ਮਹੱਤਵਪੂਰਨ ਨੁਕਤਾ ਟੈਰੀ ਗਿਲਟਨ ਇਹ ਪੇਸ਼ ਕਰਦਾ ਕਿ ਇਸ ਸਮਕਾਲ ਦੇ ਵਿੱਚ ਸੱਭਿਆਚਾਰ ਰਾਸ਼ਟਰੀ ਰਾਜ ਦਾ ਆਧਾਰ ਵੀ ਬਣਿਆ ਨਜ਼ਰ ਆਉਂਦਾ ਹੈ।
ਪਰ ਉਹ ਕਹਿੰਦਾ ਕਿ ਇਹ ਬਹੁਤ ਸੱਭਿਆਚਾਰਵਾਦ ਦੇ ਸਮੇਂ ਦੇ ਵਿੱਚ ਬਹੁਤੀ ਦੇਰ ਨਹੀਂ ਹੋ ਸਕਦਾ ਕਿ ਕੋਈ ਇੱਕ ਸੱਭਿਆਚਾਰ ਕਿਸੇ ਰਾਸ਼ਟਰ ਰਾਜ ਦਾ ਨੇਸ਼ਨ ਸਟੇਟ ਦਾ ਆਧਾਰ ਬਣਿਆ ਰਹਿ ਸਕੇ। ਤੇ ਜਦੋਂ ਵਿਆਪਕ ਤੇ ਸੰਕੁਚਿਤ ਸੱਭਿਆਚਾਰ ਦੀ ਗੱਲ ਕਰਦਾ ਤਾਂ ਉਹ ਮੈਥਿਊ ਅਰਨਾਲਡ ਦੇ ਸੱਭਿਆਚਾਰ ਨੂੰ ਜ਼ਿੰਮੇਵਾਰੀ ਵਜੋਂ ਲੈਣ ਦੇ ਨੁਕਤੇ ਤੇ ਸਹਿਮਤੀ ਦਰਸਾਉਂਦਾ ਕਿ ਇਹਦੇ ਰਾਹੀਂ ਅਸੀਂ ਇਹਨਾਂ ਦੇ ਵਿੱਚ ਕੋਈ ਜੋੜ ਸੰਭਵ ਹੈ। ਪਰ ਉਹ ਨਾਲ ਇਹ ਵੀ ਕਹਿੰਦਾ ਕਿ ਜਿਹੜਾ ਪੂੰਜੀਵਾਦੀ ਪੱਖਪਾਤ ਆ ਉਹ ਸੱਭਿਆਚਾਰ ਦੀਆਂ ਨਾ ਦੋ ਪਰਿਭਾਸ਼ਾਵਾਂ ਦੇ ਵਿੱਚ ਸੰਕੁਚਿਤ ਤੇ ਵਿਆਪਕ ਪਰਿਭਾਸ਼ਾ ਦੇ ਵਿੱਚ ਕੋਈ ਵੱਜਵਾਂ ਕੋਈ ਜੁੜਵਾਂ ਸੰਬੰਧ ਪੈਦਾ ਨਹੀਂ ਹੋਣ ਦਿੰਦਾ। ਪਰ ਟੈਰੀ ਗਿਲਟਨ ਰੈਡੀਕਲ ਰਾਜਨੀਤੀ ਦੇ ਵਿੱਚ ਵਿਸ਼ਵਾਸ ਜਗਾਉਂਦਾ ਕਿ ਉਹਦੇ ਰਾਹੀਂ ਹੀ ਇਹਨਾਂ ਵਿੱਚ ਕੋਈ ਸੰਬੰਧ ਹੈ ਜਿਹੜਾ ਉਹ ਬਣ ਸਕਦਾ ਹੈ। ਇਸ ਤਰੀਕੇ ਨਾਲ ਟੈਰੀ ਗਿਲਟਨ ਸੱਭਿਆਚਾਰ ਨੂੰ ਰਾਜਨੀਤਿਕ ਪ੍ਰਸੰਗ ਦੇਣ ਦੀ ਕੋਸ਼ਿਸ਼ ਕਰਦਾ ਹੈ ਜਿਹੜਾ ਕਿ ਉਹਦਾ ਬਹੁਤ ਹੀ ਮਹੱਤਵਪੂਰਨ ਦੇਣ ਆਪਾਂ ਮੰਨ ਸਕਦੇ ਹਾਂ। ਟੈਰੀ ਗਿਲਟਨ ਨੇ ਜਿੱਥੇ ਸੱਭਿਆਚਾਰ ਚਿੰਤਨ ਨੂੰ ਉਹਦਾ ਬਹੁਤ ਵੱਡਾ ਯੋਗਦਾਨ ਮੰਨਿਆ ਜਾਂਦਾ, ਉੱਥੇ ਕੁਝ ਉਹਦੀਆਂ ਸੀਮਾਵਾਂ ਵੀ ਆਪਾਂ ਮੰਨਦੇ ਹਾਂ। ਸਭ ਤੋਂ ਮੁੱਖ ਸੀਮਾ ਤਾਂ ਇਹੀ ਮੰਨੀ ਜਾਂਦੀ ਆ ਕਿ ਟੈਰੀ ਗਿਲਟਨ ਦੇ ਵਿਚਾਰਾਂ ਦੇ ਉੱਤੇ ਰੇਮੰਡ ਵਿਲੀਅਮਸ ਦਾ ਖਾਸਾ ਪ੍ਰਭਾਵ ਦੇਖਿਆ ਜਾਂਦਾ। ਸੋ ਉਹਦੇ ਵਿਚਾਰਾਂ ਨੂੰ ਰੇਮੰਡ ਵਿਲੀਅਮਸ ਦੇ ਵਿਚਾਰਾਂ ਦਾ ਦੁਹਰਾਅ ਵੀ ਕਿਹਾ ਜਾਂਦਾ। ਵਿਸ਼ੇਸ਼ ਤੌਰ ਤੇ ਜਿਹੜੇ ਉਹਦੇ ਸੱਭਿਆਚਾਰ ਨਾਲ ਸੰਬੰਧਿਤ ਵਿਚਾਰ ਨੇ, ਆਲੋਚਕ ਉਹਨੂੰ ਕਈ ਵਾਰ ਰੇਮੰਡ ਵਿਲੀਅਮਸ ਦੇ ਵਿਚਾਰਾਂ ਦਾ ਦੁਹਰਾਅ ਤੱਕ ਕਹਿ ਦਿੰਦੇ ਨੇ। ਪਰ ਇਸ ਪੁਸਤਕ ਦੇ ਹਵਾਲੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਉਹ ਸੱਭਿਆਚਾਰ ਨੂੰ ਪਰਿਭਾਸ਼ਿਤ ਕਰਨ ਲਈ ਰੇਮੰਡ ਵਿਲੀਅਮ ਦਾ ਆਧਾਰ ਚੌਕਟਾ ਤਾਂ ਲੈਂਦਾ ਹੈ, ਪਰ ਉਹ ਉਹਨੂੰ ਵਿਸਥਾਰ ਕਰਦਾ ਹੈ, ਉਹਦੀ ਵਿਆਖਿਆ ਕਰਦਾ ਹੈ। ਟੈਰੀ ਗਿਲਟਨ ਦੇ ਸੱਭਿਆਚਾਰ ਦੇ ਵਿੱਚ ਯੋਗਦਾਨ ਨੂੰ ਆਲੋਚਕ ਵਿਲੀਅਮ ਜੇ ਅਰਬਨ ਦੇ ਸ਼ਬਦਾਂ ਦੇ ਵਿੱਚ ਆਪਾਂ ਬਿਆਨ ਕਰਨਾ ਚਾਹੀਏ ਤਾਂ ਉਹਦੀ ਟਿੱਪਣੀ ਇਸ ਤਰ੍ਹਾਂ ਕੁਝ। ਟੈਰੀ ਗਿਲਟਨ ਨੇ ਆਪਣੀ ਪੁਸਤਕ ਆਈਡੀਆ ਆਫ ਕਲਚਰ ਰਾਹੀਂ ਸੱਭਿਆਚਾਰ ਨਾਲ ਸਾਡੇ ਗੂੜੇ ਸੰਬੰਧ ਨੂੰ ਗੁੰਝਲਦਾਰ ਅਤੇ ਜਨੂਨ ਬਣਨ ਤੋਂ ਰੋਕਣ ਦਾ ਯਤਨ ਕੀਤਾ ਹੈ। ਇਸ ਲਈ ਉਸਨੇ ਗਿਆਨਵਾਨ ਰਾਜਨੀਤਿਕ ਪ੍ਰਸੰਗ ਦੀ ਜ਼ਰੂਰਤ ਦੀ ਪਛਾਣ ਨੂੰ ਸਾਨੂੰ ਸੱਭਿਆਚਾਰ ਨੂੰ ਇਸ ਦੇ ਸਥਾਨ ਤੇ ਵਾਪਸ ਲਿਆਉਣ ਦੀ ਤਾੜਨਾ ਕਰਕੇ ਕੀਤੀ ਹੈ। ਇਸ ਤੋਂ ਪਹਿਲਾਂ ਇੱਕ ਅਸਪਸ਼ਟ ਜਿਹੀ ਸ਼ਹਿਰ ਨੂੰ ਸੱਭਿਆਚਾਰ ਕਿਹਾ ਜਾਂਦਾ ਸੀ ਜਿਹੜੀ ਕਿਸੇ ਪ੍ਰਸੰਗ ਤੋਂ ਵਿਛੁੰਨੀ ਸੀ। ਇਸ ਨੂੰ ਸਹੀ ਯਾਨੀ ਕਿ ਸਮਾਜਵਾਦੀ ਢਾਂਚੇ ਅਨੁਸਾਰ ਸਮਝਣਾ ਜ਼ਰੂਰੀ ਭਾਸਦਾ ਸੀ। ਟੈਰੀ ਗਿਲਟਨ ਦੀ ਭਾਸ਼ਾ ਤੇ ਸ਼ੈਲੀ ਬਹੁਤ ਹੀ ਗੁੰਝਲਦਾਰ ਤੇ ਜਟਿਲ ਮੰਨੀ ਜਾਂਦੀ ਹੈ ਤੇ ਕਈ ਵਾਰ ਇੱਕ ਪੜਤ ਨਾਲ ਉਹਦੀ ਪੂਰੀ ਗੱਲ ਸਮਝ ਵੀ ਨਹੀਂ ਆਉਂਦੀ। ਇਹਦੀ ਇੱਕ ਇਹ ਵੀ ਵਜ੍ਹਾ ਹੈ ਕਿ ਜਿਹੜੀ ਟੈਰੀ ਗਿਲਟਨ ਦੀ ਵਿਧੀ ਆ ਉਹ ਦਵੰਦਾਤਮਕ ਵਿਧੀ ਆ। ਉਹ ਕਿਸੇ ਵੀ ਵਸਤ ਵਰਤਾਰੇ ਨੂੰ ਸਮਝਣ ਦੇ ਵਾਸਤੇ ਉਹਦਾ ਇਤਿਹਾਸ, ਉਹਦੀ ਸਮਾਜਿਕਤਾ, ਉਹਦੀ ਦਾਰਸ਼ਨਿਕਤਾ, ਉਹਦੀ ਰਾਜਨੀਤਿਕ ਪ੍ਰਸੰਗ ਸਾਰਿਆਂ ਨੂੰ ਇਕੱਠੇ ਲੈ ਕੇ ਚੱਲਦਾ ਹੈ। ਇਸੇ ਕਰਕੇ ਟੈਰੀ ਗਿਲਟਨ ਦੀ ਜਿਹੜੀ ਲਿਖਤ ਆ ਉਹ ਰੇਖਕੀ ਨਹੀਂ ਹੈਗੀ। ਟੈਰੀ ਗਿਲਟਨ ਨੂੰ ਸਮਝਣ ਲਈ ਪਾਠਕ ਨੂੰ ਵੱਧ ਮਿਹਨਤ ਕਰਨੀ ਪੈਂਦੀ ਹੈ। ਆਈਡੀਆ ਆਫ ਕਲਚਰ ਕਿਤਾਬ ਦੇ ਵਿੱਚ ਵੀ ਟੈਰੀ ਗਿਲਟਨ ਬਹੁਤ ਸਾਰੀਆਂ ਉਦਾਹਰਨ ਲੈਂਦਾ, ਬਹੁਤ ਸਾਰੇ ਚਿੰਤਕਾਂ ਦੇ ਨਾਮ ਲੈਂਦਾ ਜਿਹੜੇ ਕਿ ਪਾਠਕਾਂ ਦੇ ਲਈ ਬਹੁਤ ਮੁੱਲਵਾਨ ਹੁੰਦੇ ਨੇ ਕਿ ਉਹਦੇ ਨਾਲ ਉਹਦਾ ਸੰਕਲਪ ਹੈ ਜਿਹੜਾ ਉਹ ਸਮਝ ਵੀ ਆ ਜਾਂਦਾ। ਪਰ ਇਸ ਕਰਕੇ ਟੈਰੀ ਗਿਲਟਨ ਦੀ ਕਈ ਵਾਰ ਆਲੋਚਨਾ ਵੀ ਹੁੰਦੀ ਹੈ। ਕਈ ਆਲੋਚਕ ਇਹ ਵੀ ਉਹਦੇ ਤੇ ਉਹਦੀ ਇਸ ਕਰਕੇ ਵੀ ਆਲੋਚਨਾ ਕਰਦੇ ਨੇ ਕਿ ਟੈਰੀ ਗਿਲਟਨ ਬਹੁਤ ਹੀ ਵੱਡੇ ਫਿਲਸੋਫੀਕਲ ਕਨਸੈਪਟ ਨੇ, ਉਹਨਾਂ ਨੂੰ ਸਮਝਣ ਵਾਸਤੇ ਬਹੁਤ ਹੀ ਓਬਵੀਅਸ ਜਾਂ ਬਹੁਤ ਹੀ ਆਮ ਜਿਹੀਆਂ ਉਦਾਹਰਨਾਂ ਲੈ ਲੈਂਦਾ ਹੈ। ਅੰਤ ਵਿੱਚ ਟੈਰੀ ਗਿਲਟਨ ਦਾ ਨਾਮ 20ਵੀਂ ਸਦੀ ਦੇ ਵੱਡੇ ਮਾਰਕਸਵਾਦੀ ਸੰਤਕਾਰਾਂ ਦੇ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ। ਸੱਭਿਆਚਾਰ ਦੇ ਖੇਤਰ ਦੇ ਵਿੱਚ ਸਭ ਤੋਂ ਵੱਡਾ ਉਹਦਾ ਯੋਗਦਾਨ ਇਹ ਮੰਨਿਆ ਜਾਂਦਾ ਹੈ ਕਿ ਸੱਭਿਆਚਾਰ ਨੂੰ ਪਰਿਭਾਸ਼ਿਤ ਕਰਨ ਦੇ ਖੇਤਰ ਦੇ ਵਿੱਚ ਉਹ ਸੱਭਿਆਚਾਰ ਅਤੇ ਕੁਦਰਤ ਦੀ ਦਵੰਡ ਨੂੰ ਖਾਰਜ ਕਰਦਾ ਹੈ ਤੇ ਉਹ ਉਹਨਾਂ ਨੂੰ ਇੱਕ ਦਵੰਦਾਤਮਕ ਸੰਬੰਧਾਂ ਵਿੱਚ ਬੱਝੇ ਦੱਸਦਾ ਹੈ ਜਿਹਦੇ ਵਿੱਚ ਕੁਦਰਤ ਕੋਈ ਨਿਸ਼ਕਰਿਆ ਸ਼ੈ ਨਹੀਂ ਸਗੋਂ ਉਹ ਸੱਭਿਆਚਾਰ ਨੂੰ ਪ੍ਰਭਾਵਿਤ ਕਰਦੀ ਹੈ। ਇਸ ਤੋਂ ਬਾਅਦ ਟੈਰੀ ਗਿਲਟਨ ਸੱਭਿਆਚਾਰ ਤੇ ਸਭਿਅਤਾ ਦੇ ਵਿੱਚ ਵਖਰੇਵਾਂ ਹੈ ਜਿਹੜਾ ਉਹ ਵੀ ਸਾਹਮਣੇ ਪੇਸ਼ ਕਰਦਾ ਹੈ ਤੇ ਸੱਭਿਆਚਾਰ ਦੀ ਨਿਰੁਕਤੀ ਮੂਲਕ ਪ੍ਰਸੰਗ ਤੋਂ ਉਹਦੀ ਵਿਆਖਿਆ ਕਰਕੇ ਉਹਨਾਂ ਦੀ ਵਿਚਾਰਧਾਰਕ ਸਿਆਸਤ ਵੀ ਸਾਡੇ ਸਾਹਮਣੇ ਪੇਸ਼ ਕਰਦਾ ਹੈ। ਤੇ ਟੈਰੀ ਗਿਲਟਨ ਨੂੰ ਮਨੁੱਖ ਦੀ ਹਰੇਕ ਗਤੀਵਿਧੀ ਨੂੰ ਸੱਭਿਆਚਾਰ ਵਿੱਚ ਸ਼ਾਮਿਲ ਕਰਨ ਤੇ ਗਹਿਰਾ ਇਤਰਾਜ਼ ਹੈ। ਉਹ ਸਿਰਫ ਮਨੁੱਖ ਦੀਆਂ ਚਿਹਨਾਤਮਕ ਗਤੀਵਿਧੀਆਂ ਨੂੰ ਹੀ ਸੱਭਿਆਚਾਰ ਦੇ ਵਿੱਚ ਸ਼ਾਮਿਲ ਕਰਨਾ ਚਾਹੁੰਦਾ ਹੈ। ਟੈਰੀ ਗਿਲਟਨ ਇਸ ਵੱਲ ਧਿਆਨ ਦਿਵਾਉਂਦਾ ਹੈ ਕਿ ਕਿਵੇਂ ਸੱਭਿਆਚਾਰ ਦੀਆਂ ਇੱਕ ਪਾਸੇ ਸੰਕੁਚਿਤ ਤੇ ਇੱਕ ਪਾਸੇ ਵਿਆਪਕ ਪਰਿਭਾਸ਼ਾਵਾਂ ਸਾਡੇ ਸਮੇਂ ਦੇ ਵਿੱਚ ਹੈਗੇ ਨੇ। ਇਸ ਨੂੰ ਸੱਭਿਆਚਾਰ ਸੰਕਟ ਕਹਿੰਦਾ ਹੈ ਤੇ ਟੈਰੀ ਗਿਲਟਨ ਸੱਭਿਆਚਾਰ ਨੂੰ ਰਾਜਨੀਤਿਕ ਪ੍ਰਸੰਗ ਦੇਣ ਦੀ ਕੋਸ਼ਿਸ਼ ਕਰਦਾ ਹੈ ਕਿ ਕਿਵੇਂ ਇਹਨੂੰ ਰਾਜਨੀਤੀ ਨਾਲੋਂ ਨਹੀਂ ਤੋੜਿਆ ਜਾ ਸਕਦਾ ਤੇ ਅੱਜ ਦੀ ਜਿਹੜੀ ਵਿਆਪਕ ਤੇ ਸੰਕੁਚਿਤ ਸੱਭਿਆਚਾਰ ਦੀ ਪਰਿਭਾਸ਼ਾ ਉਹ ਸਿਰਫ ਅਕਾਦਮਿਕ ਤੱਕ ਸੀਮਿਤ ਨਹੀਂ, ਉਹਦੇ ਪਿੱਛੇ ਇੱਕ ਗਹਿਰੀ ਰਾਜਨੀਤੀ ਵੀ ਹੈ। ਟੈਰੀ ਗਿਲਟਨ ਸਾਡਾ ਇਸ ਵੱਲ ਵੀ ਧਿਆਨ ਦਿਵਾਉਂਦਾ ਹੈ ਕਿ ਕਿਵੇਂ ਅੱਜ ਦੇ ਸਮੇਂ ਦੇ ਵਿੱਚ ਸੱਭਿਆਚਾਰ ਰਾਸ਼ਟਰੀ ਰਾਜ ਦਾ ਆਧਾਰ ਵੀ ਬਣ ਰਿਹਾ, ਭਾਵੇਂ ਕਿ ਉਹਨੂੰ ਇਹਦੇ ਤੇ ਪੂਰਾ ਸ਼ੰਕਾ ਹੈ ਕਿ ਬਹੁਤ ਸੱਭਿਆਚਾਰਵਾਦ ਦੇ ਸਮੇਂ ਦੇ ਵਿੱਚ ਅਜਿਹਾ ਸੰਭਵ ਨਹੀਂ ਹੈਗਾ।
ਅੰਤ ਵਿੱਚ ਟੈਰੀ ਗਲਟਨ ਸੱਭਿਆਚਾਰ ਮੱਧ ਨੂੰ ਸਮਾਜਿਕ, ਇਤਿਹਾਸਿਕ, ਰਾਜਨੀਤਿਕ, ਦਾਰਸ਼ਨਿਕ ਪਰਿਪੇਖ ਤੋਂ ਸਮਝਣ ਦਾ ਯਤਨ ਕਰਦਾ। ਟੈਰੀ ਗਲਟਨ ਦਾ ਸੱਭਿਆਚਾਰ ਚਿੰਤਨ, ਉਹਦੀ ਮਾਰਕਸਵਾਦੀ ਵਿਆਖਿਆ, ਉਹਦੀ ਸਿਧਾਂਤਕਾਰੀ ਵਿਦਿਆਰਥੀਆਂ ਲਈ ਬਹੁਤ ਮੁੱਲਵਾਨ ਹੈ। ਧੰਨਵਾਦ।